ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਲੰਧਰ ਡਿਸਟ੍ਰਿਕਟ ਦੀ ਕੋਵਿਡ-19 ਨੂੰ ਲੈ ਕੇ ਜਿਹੜੀ ਪੋਜੀਸ਼ਨ ਹੁੰਦੀ ਹੈ ਉਹਦੇ ਬਾਰੇ ਮੈਂ ਟਾਈਮ ਤੇ ਆਪ ਜੀ ਦੇ ਨਾਲ रूबरू होंदा रहा तो सारिਆਂ ਨੂੰ ਆਪਾਂ ਨੂੰ ब्रॉडली पता है भी की पोजीशन है। ਅੱਜ मैं ਜਿਹੜੀ स्पेशल आप जी ने नाल कुछ गल्लां ਸਾਂਝੀਆਂ करना चाह रहे हैं कि पिछे ਆਪਾਂ देख रहे हैं कि केसेस ਵਧਦੇ ਰਹੇ ਨੇ पंजाब ਦੇ ਵਿੱਚ तकरीबन ਸਾਰੇ ਜ਼ਿਲ੍ਹਿਆਂ ਦੇ ਵਿੱਚ केसेस ਦੇ ਵਿੱਚ सर्ज आ ਰਿਹਾ ਤੇ ਸਭ ਤੋਂ ਜਿਹੜੀ ਦੁੱਖ ਦੀ ਜਾਂ ਕੰਸਰਨ ਦੀ ਜਿਹੜੀ ਗੱਲ ਹੈ ਉਹ ਇਹ ਵੀ ਉਹ ਕੇਸਿਸ ਦੇ ਨਾਲ ਡੈਥਸ ਵੀ ਜਿਹੜੀ ਵਧ ਰਹੀਆਂ ਨੇ ਤੇ ਜਦੋਂ ਅਸੀਂ ਸਾਰੇ ਪਿੱਛੇ ਦੇਖ ਕੇ ਰੋਜ਼ ਦੇਖਦੇ ਵੀ ਜਿਨ੍ਹਾਂ ਜਿਹੜੀ ਮੌਤਾਂ ਹੋ ਰਹੀਆਂ ਨੇ ਉਹਨਾਂ ਦਾ ਕੀ ਕਾਰਨ ਹੈ। ਪ੍ਰਾਈਵੇਟ ਡਾਕਟਰਸ ਨਾਲ ਬਹਿ ਰਹੇ ਸਰਕਾਰੀ ਡਾਕਟਰਸ ਨਾਲ ਸਾਡੀ ਰੋਜ਼ ਦੀ ਮੀਟਿੰਗ ਹੁੰਦੀਆਂ ਨੇ ਤੇ ਉਹਦੇ ਵਿੱਚ ਨਿਕਲ ਕੇ ਆ ਰਿਹਾ ਜਿੱਦਾਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਹੁਣ ਤੱਕ ਜਿਹੜੀ ਟੋਟਲ ਡੈਥਸ ਹੋਈਆਂ ਨੇ ਉਹਨਾਂ ਦੇ ਵਿੱਚ 25 ਮੌਤਾਂ ਨੇ ਜਿੱਥੇ ਕਿ ਪੇਸ਼ੈਂਟ 24 ਘੰਟਿਆਂ ਦੇ ਅੰਦਰ ਹੀ ਕੋਵਿਡ ਦੇ ਵਿੱਚ ਡੈਥ ਹੋ ਗਈ ਹੈ। ਸੋ ਮਤਲਬ ਪੇਸ਼ੈਂਟ ਕਾਫੀ ਲੇਟ ਰਿਪੋਰਟ ਕਰ ਰਹੇ ਨੇ ਤੇ ਖਾਸ ਕਰ ਅਗਸਤ ਦੇ ਮਹੀਨੇ ਵਿੱਚ ਵੀ ਮੈਂ 3 ਪੇਸ਼ੈਂਟ ਦਾ ਡੇਟਾ ਇਦਾਂ ਦਾ ਕੱਢਿਆ ਜਿੱਥੇ ਕੋਈ ਉਹਨਾਂ ਨੂੰ ਹੋਰ ਕੋਈ ਬਿਮਾਰੀ ਵੀ ਨਹੀਂ ਸੀਗੀ। ਪੇਸ਼ੈਂਟ ਨੰਬਰ 1 ਇਹ 65 ਸਾਲ ਦੀ ਲੇਡੀ ਸੀਗੀ ਤੇ ਜਿਹੜੇ ਇਹ ਹਸਪੀਟਲ ਦੇ ਵਿੱਚ ਇਹਨਾਂ ਨੇ ਰਿਪੋਰਟ ਕੀਤਾ 13 ਅਗਸਤ ਨੂੰ ਤੇ 14 ਅਗਸਤ ਨੂੰ ਇਹਨਾਂ ਦੀ ਵਿਦਿਨ 24 ਆਵਰ ਡੈਥ ਹੋਈ ਤੇ ਕੋਈ ਉਹਨਾਂ ਨੂੰ ਕੋਮੋਰਬਿਡਿਟੀ ਨਹੀਂ ਸੀਗੀ। ਇੱਕ 44 ਸਾਲ ਦਾ ਮੇਲ ਇਹਨਾਂ ਨੇ ਰਿਪੋਰਟ ਕੀਤਾ ਬਹੁਤ ਹੀ ਜ਼ਿਆਦਾ ਲੇਟ 17 ਅਗਸਤ ਨੂੰ ਰਿਪੋਰਟ ਕੀਤੇ ਤੇ ਵਿਦਿਨ 5 ਘੰਟਿਆਂ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਤੇ ਇੱਕ ਪੇਸ਼ੈਂਟ 75 ਸਾਲ ਦੇ ਮੇਲ ਇਹਨਾਂ ਨੂੰ ਵੀ ਕੋਈ ਕੋਮੋਰਬਿਡਿਟੀ ਨਹੀਂ ਸੀਗੀ 21 ਅਗਸਤ ਨੂੰ ਰਿਪੋਰਟ ਕੀਤੇ ਤੇ ਮਿਲਟਰੀ ਹਸਪੀਟਲ ਦੇ ਵਿੱਚ ਇਹਨਾਂ ਦੀ ਕੁਝ ਘੰਟਿਆਂ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ। ਸੋ ਕਹਿਣ ਦਾ ਭਾਵ ਜਦੋਂ ਅਸੀਂ ਆਪਣੇ ਹੋਰ ਸਾਰੇ ਡਾਕਟਰਸ ਨਾਲ ਗੱਲ ਕਰਦੇ ਹਾਂ ਤੇ ਇਹੀ ਨਿਕਲ ਕੇ ਆ ਰਿਹਾ ਕਿ ਕਾਫੀ ਸਾਰੇ ਪੇਸ਼ੈਂਟ ਜਦੋਂ ਵੀ ਇਹਨਾਂ ਨੂੰ ਟਾਈਮਲੀ ਟੈਸਟਿੰਗ ਨਹੀਂ ਕਰਾਉਂਦੇ ਜਦੋਂ ਲੱਖਣ ਆਉਂਦੇ ਇਹਨਾਂ ਦੇ ਕਿਸੇ ਵੀ ਵਿੱਚ ਕੋਈ ਵੀ ਤੇ ਇਹ ਪਹਿਲਾਂ ਸੈਲਫ ਮੈਡੀਕੇਸ਼ਨ ਕਰਦੇ ਰਹਿੰਦੇ ਆ ਚੀਜ਼ ਨੂੰ ਇਗਨੋਰ ਕਰਦੇ ਰਹਿੰਦੇ ਆ। ਇਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਇਸ ਬਿਮਾਰੀ ਦੇ ਵਿੱਚ ਹੈਪੀ ਹਾਈਪੋਕਸੀਆ ਕਹਿੰਦੇ ਵੀ ਪੇਸ਼ੈਂਟ ਨੂੰ ਪਤਾ ਨਹੀਂ ਚੱਲਦਾ ਪੇਸ਼ੈਂਟ ਨੂੰ ਲੱਗਦਾ ਸਭ ਕੁਝ ਨਾਰਮਲ ਹੈ ਬਟ ਆਕਸੀਜਨ ਦਾ ਲੈਵਲ ਘਟਦਾ ਰਹਿੰਦਾ ਹੈ ਉਹ ਹੋਰ ਵੀ ਸਿੰਪਟਮ ਇਗਨੋਰ ਕਰਦੇ ਰਹਿੰਦੇ ਨੇ। ਪਲਸ ਆਕਸੀਮੀਟਰ ਸਾਰਿਆਂ ਦੇ ਕੋਲ ਹੁੰਦਾ ਨਹੀਂ ਹੈ ਤੇ ਉਹ ਜਦੋਂ ਤੱਕ ਰਿਪੋਰਟ ਕਰਦੇ ਇੰਨਾ ਜ਼ਿਆਦਾ ਪ੍ਰੋਬਲਮ ਵੱਧ ਜਾਂਦੀ ਹੈ ਕਿ ਆਪਾਂ ਨੂੰ ਬਾਅਦ ਦੇ ਵਿੱਚ ਇਲਾਜ ਨਹੀਂ ਹੋ ਪਾਉਂਦਾ। ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਐਟਲੀਸਟ ਚਲੋ ਜੇਕਰ ਵੋਲੰਟਰੀਲੀ ਲੋਕੀ ਟੈਸਟ ਨਹੀਂ ਕਰਾ ਰਹੇ ਤੇ ਸਿੰਪਟਮ ਜਦੋਂ ਵੀ ਆਉਂਦੇ ਹੋਣ ਜ਼ਰੂਰ ਆਪਣਾ ਇਮੀਡੀਏਟਲੀ ਜ਼ਰੂਰ ਟੈਸਟ ਕਰਾਓ ਤਾਂ ਕਿ ਜਿਸ ਵੀ ਪੇਸ਼ੈਂਟ ਨੂੰ ਤਕਰੀਬਨ ਅਸੀਂ ਦੇਖਿਆ 5-6 ਦਿਨ ਇਲਾਜ ਲਈ ਮਿਲ ਜਾਂਦੇ ਨੇ ਉਹ ਪੇਸ਼ੈਂਟ ਸਾਰੇ ਬਚ ਰਹੇ ਨੇ ਕੋਈ ਇਦਾਂ ਦੀ ਗੱਲ ਨਹੀਂ ਹੈ। ਸੋ ਮੇਨਲੀ ਸਾਨੂੰ ਪ੍ਰੋਬਲਮ ਆ ਰਹੀ ਹੈ ਕੁਝ ਟਾਈਪ ਦੀ ਕਿਉਂਕਿ ਅਫਵਾਹਾਂ ਜਿਹੜੇ ਇਸ ਬਾਰੇ ਕਈ ਵਾਰ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਉਸ ਕਰਕੇ ਸੈਂਪਲਿੰਗ ਤੋਂ ਲੋਕੀ ਗੁਰੇਜ਼ ਕਰ ਰਹੇ ਨੇ। ਇਸ ਕਰਕੇ ਆਪਾਂ ਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਟਾਈਮਲੀ ਸੈਂਪਲ ਕਰਾਈਏ। ਕੁਝ ਜਿਹੜੀ ਮੈਂ ਦੇਖ ਰਿਹਾ ਸੈਂਪਲਿੰਗ ਨੂੰ ਲੈ ਕੇ ਲੋਕਾਂ ਦੇ ਵਿੱਚ ਕੁਝ ਸ਼ੰਕਾਵਾਂ ਨੇ ਕੁਝ ਅਫਵਾਹਾਂ ਨੇ। ਇੱਕ ਤਾਂ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਿ ਇਹਦੇ ਵਿੱਚ ਆਰਗਨ ਟ੍ਰੇਡ ਹੈ ਜੀ ਲੋਕੀ ਤੁਹਾਨੂੰ ਐਡਮਿਟ ਕਰਕੇ ਕੋਈ ਵੀ ਤੁਹਾਡਾ ਅੰਗ ਕੱਢ ਲੈਣਗੇ ਕਿਡਨੀ ਦਾ ਹੈ ਕੁਝ ਇਸ ਟਾਈਪ ਦੀ ਸੋਸ਼ਲ ਮੀਡੀਆ ਤੇ ਮੈਂ ਦੇਖੀ ਤੇ ਬਿਲਕੁਲ ਹੀ ਗਲਤ ਹੈ। ਇਹਨਾਂ ਅਫਵਾਹਾਂ ਤੇ ਆਪਾਂ ਨਹੀਂ ਜਾਣਾ ਕਿਉਂਕਿ ਤੁਸੀਂ ਕਿਸੇ ਵੀ ਕੋਵਿਡ ਦੇ ਪੇਸ਼ੈਂਟ ਤੋਂ ਜਿਹੜਾ ਵੀ ਇਲਾਜ ਕਰਾ ਕੇ ਆਇਆ ਤੁਸੀਂ ਪੁੱਛ ਸਕਦੇ ਹੋ ਵੀ ਕੋਈ ਵੀ ਇਸ ਤਰੀਕੇ ਦਾ ਆਪਰੇਸ਼ਨ ਤਾਂ ਇਸ ਪਾਰਟ ਆਫ ਟ੍ਰੀਟਮੈਂਟ ਹੀ ਨਹੀਂ ਹੁੰਦਾ। ਜਿਹੜੇ ਮਾਈਲਡ ਪੇਸ਼ੈਂਟ ਨੇ ਸਾਰਿਆਂ ਨੂੰ ਦਵਾਈ ਦਿੱਤੀ ਜਾਂਦੀ ਹੈ ਤੇ ਜੇਕਰ ਕੋਈ ਪੇਸ਼ੈਂਟ ਸੀਰੀਅਸ ਹੋ ਜਾਂਦਾ ਤਾਂ ਉਹਨਾਂ ਨੂੰ ਆਕਸੀਜਨ ਦੇ ਉੱਤੇ ਰੱਖਿਆ ਜਾਂਦਾ ਹੈ ਹਾਈ ਫਲੋ ਨੇਸਲ ਕੈਨੂਲਾ ਦੇ ਉੱਤੇ ਰੱਖਿਆ ਬਾਈਪੈਪ ਮਸ਼ੀਨ ਦੇ ਉੱਤੇ ਰੱਖਿਆ ਜਿਹੜੀ ਕਿ ਕੋਈ ਬੇਹੋਸ਼ ਕਰਕੇ ਜਾਂ ਇਸ ਟਾਈਪ ਦਾ ਕੋਈ ਹੋਰ ਆਪਰੇਸ਼ਨ ਕਰਨ ਦਾ ਟ੍ਰੀਟਮੈਂਟ ਦੇ ਵਿੱਚ ਕੋਈ ਪ੍ਰੋਸੀਜਰ ਹੀ ਨਹੀਂ ਹੈ ਤੇ ਇਹ ਟੋਟਲ ਪੂਰੀ ਬੇਸਲੈਸ ਗੱਲਾਂ ਨੇ ਕਿ ਇੱਥੇ ਇਹ ਕਰ ਲੈਣਗੇ ਜੀ ਇਹ ਹੋ ਜਾਊਗਾ। ਤੇ ਇਹ ਅਫਵਾਹਾਂ ਤੇ ਨਹੀਂ ਆਣਗੇ ਜਿਹੜੇ ਕੋਈ ਅਫਵਾਹਾਂ ਉਡਾਣਗੇ ਸਾਡੇ ਸਾਹਮਣੇ ਆਂਦਾ ਅਸੀਂ ਪਰਚਾ ਵੀ ਦਰਜ ਕਰਾਂਗੇ ਤੇ ਇਦਾਂ ਦੀ ਕੋਈ ਗੱਲ ਨਹੀਂ ਹੈ। ਇਹਨਾਂ ਅਫਵਾਹਾਂ ਤੇ ਅਸੀਂ ਨਹੀਂ ਜਾਣਾ। ਅੱਛਾ ਟੈਸਟਿੰਗ ਦੇ ਵਿੱਚ ਕਈ ਲੋਕਾਂ ਨੂੰ ਲੱਗਦਾ ਹੈ ਵੀ ਜੇਕਰ ਅਸੀਂ ਪੋਜ਼ਿਟਿਵ ਆ ਗਏ ਤੇ ਸਾਨੂੰ ਇਹ ਇੱਧਰ ਲੈ ਜਾਣਗੇ। ਹੁਣ ਬੜਾ ਹੀ ਹੋਰ ਸਿਸਟਮ ਹੋਮ ਕੁਆਰੰਟਾਈਨ ਦਾ ਚਾਲੂ ਹੋ ਗਿਆ ਕੋਈ ਪੋਜ਼ਿਟਿਵ ਆਂਦਾ ਤੁਹਾਨੂੰ ਜੇਕਰ ਹੋਰ ਕੋਈ ਤੁਹਾਡੇ ਕੋਈ ਹੋਰ ਸੀਰੀਅਸ ਬਿਮਾਰੀ ਨਹੀਂ ਹੈ ਜਾਂ ਕੋਈ ਵੀ ਉਮਰ ਵੱਧ ਤੁਸੀਂ 60 ਸਾਲ ਤੋਂ ਹੇਠਾਂ ਉਮਰ ਦੇ ਜਾਂ 60 ਤੋਂ ਉੱਤੇ ਵੀ ਹੁਣ ਤਾਂ ਇਹ ਹੈ ਵੀ ਜੇਕਰ ਕੋਈ ਹੋਰ ਬਿਮਾਰੀ ਨਹੀਂ ਹੈ ਤੇ ਤੁਸੀਂ ਸਾਰੇ ਹੋਮ ਕੁਆਰੰਟਾਈਨ ਹੋ ਸਕਦੇ ਹੋ। ਸਾਰਿਆਂ ਨੂੰ ਹੋਮ ਕੁਆਰੰਟਾਈਨ ਅਲਾਉ ਕੀਤਾ ਜਾਊਗਾ। ਤੁਸੀਂ 60 ਸਾਲ ਤੋਂ ਹੇਠਾਂ ਕੋਈ ਤੁਹਾਨੂੰ ਕੋਮੋਰਬਿਡਿਟੀ ਨਹੀਂ ਹੈ ਤੇ ਤੁਸੀਂ ਘਰੇ ਰਹਿ ਸਕਦੇ ਹੋ ਤੇ ਘਰੇ ਰਹਿਣ ਦਾ ਵੀ ਤਰੀਕਾ ਪਹਿਲਾਂ ਮੈਰੀਟੋਰੀਅਸ ਸਕੂਲ ਜਲੰਧਰ ਆਣਾ ਪੈਂਦਾ ਸੀਗਾ ਹੁਣ ਅਸੀਂ ਸਾਰੇ ਲੋਕਲ ਡਾਕਟਰਾਂ ਨੂੰ ਅਖਤਿਆਰ ਦੇ ਦਿੱਤੇ ਨੇ
ਤੇ ਜੇਕਰ ਫਿਲੌਰ ਦਾ ਕੋਈ ਵੀ ਬੰਦਾ ਫਿਲੌਰ ਤੋਂ ਪੋਜ਼ਿਟਿਵ ਆਂਦਾ ਤਾਂ ਉਹਨਾਂ ਨੂੰ ਉੱਥੇ ਹੀ ਡਾਕਟਰ ਲੋਕਲ ਉਹਨਾਂ ਨੂੰ ਘਰੇ ਰਹਿਣ ਦੀ ਇਜਾਜ਼ਤ ਦੇ ਸਕਦਾ। ਸਾਰੇ ਲੋਕਲ ਡਾਕਟਰ ਜਿੰਨੇ ਸਾਡੇ ਐਸਐਮਓ ਜਲੰਧਰ ਡਿਸਟ੍ਰਿਕਟ ਦੇ ਨੇ ਉਹ ਸਾਰਿਆਂ ਨੂੰ ਅਖਤਿਆਰ ਦਿੱਤੇ ਨੇ ਵੀ ਤੁਸੀਂ ਆਪਣਾ ਜਿਹੜੇ ਲੋਕਲ ਪੋਜ਼ਿਟਿਵ ਆਂਦੇ ਨੇ ਉਹਨਾਂ ਨੂੰ ਦੇਖ ਕੇ ਲੋਕਲੀ ਤੁਸੀਂ ਕਰੇ। ਹੁਣ ਤਾਂ ਇਸ ਟਾਈਮ ਜੇਕਰ ਸਾਡੇ ਕੋਲ 2000 ਪੇਸ਼ੈਂਟ ਟੋਟਲ ਪੋਜ਼ਿਟਿਵ ਨੇ ਤਾਂ ਤਕਰੀਬਨ ਸਿਰਫ 150 ਜਿਹੜੇ ਲੋਕ ਨੇ ਉਹ ਹੀ ਸਾਡੇ ਕੋਲ ਮੈਰੀਟੋਰੀਅਸ ਦੇ ਵਿੱਚ ਨੇ। ਕਾਫੀ ਬੰਦੇ ਜਿਹੜੇ ਫਿਟ ਨੇ ਉਹ ਸਾਰੇ ਹੋਮ ਕੁਆਰੰਟਾਈਨ ਦੇ ਵਿੱਚ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਮੋਨੀਟਰ ਕੀਤਾ ਜਾਂਦਾ। ਉਹਨਾਂ ਨੂੰ ਫੋਨ ਕਰਕੇ ਅਸੀਂ ਪੁੱਛ ਰਹੇ ਹਾਂ ਡੇਲੀ ਉਹਨਾਂ ਦੀ ਵੈਸੇ ਮੋਨੀਟਰਿੰਗ ਫੋਨ ਤੇ ਹੀ ਕਰ ਲਿੱਤੀ ਜਾਂਦੀ, ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ। ਤੇ ਇੱਕ ਅਫਵਾਹਾਂ ਹੋਰ ਉੱਡ ਰਹੀਆਂ ਨੇ ਕਿ ਸਰਕਾਰ ਨੂੰ ਪੈਸਾ ਮਿਲਦਾ ਹੈ ਪੋਜ਼ਿਟਿਵ ਪੇਸ਼ੈਂਟ ਦੇ ਵਿੱਚ, ਕੋਈ ਆਸ਼ਾ ਦਾ ਕਮਿਸ਼ਨ ਹੈ। ਇਹ ਵੀ ਸਾਰੇ ਇਸ ਤਰੀਕੇ ਦੀ ਗਲਤ ਅਫਵਾਹਾਂ ਨੇ ਤੇ ਇਹਨਾਂ ਦਾ ਮੈਂ ਪੁਰਜ਼ੋਰ ਖੰਡਨ ਕਰਨਾ ਚਾਹੁੰਦਾ। ਤੇ ਮੈਂ ਆਪ ਜੀ ਨੂੰ ਸਾਰਿਆਂ ਨੂੰ ਚਾਹੁੰਦਾ ਕਿ ਅਗਰ ਜੇਕਰ ਆਪਾਂ ਜਾਨ ਬਚਾਉਣਾ ਚਾਹੁੰਦੇ ਹਾਂ ਤੇ ਬਹੁਤ ਜ਼ਿਆਦਾ ਅਸੀਂ ਟਾਈਮਲੀ ਟੈਸਟ ਕਰਾਏ। ਸਪੈਸ਼ਲੀ ਮੈਂ ਫੇਰ ਦੁਬਾਰਾ ਕਹਿਣਾ ਚਾਹੁੰਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਸ਼ੂਗਰ ਦੇ ਮਰੀਜ਼ ਤੇ ਬੀਪੀ ਦੇ ਮਰੀਜ਼, ਹੁਣ ਜਿਹੜੀ ਟੋਟਲ ਸਾਡੇ ਕੋਲ ਜਿੰਨੀ ਡੈਥਸ ਹੈ ਉਸ 'ਚ 74 ਸ਼ੂਗਰ ਦੇ ਮਰੀਜ਼ ਸੀਗੇ ਤੇ ਹਾਈਪਰਟੈਂਸ਼ਨ ਦੇ 52 ਮਰੀਜ਼ ਸੀਗੇ। ਤੇ ਇਹ ਪੇਸ਼ੈਂਟ ਤਾਂ ਔਰ ਵੀ ਜ਼ਿਆਦਾ ਖਿਆਲ ਰੱਖਣ, ਥੋੜੇ ਜਿਹੇ ਵੀ ਲੱਖਣ ਆਣ ਤੇ ਇਹਨਾਂ ਨੂੰ ਆਪਣਾ ਟੈਸਟ ਕਰਾਉਣਾ ਚਾਹੀਦਾ ਹੈ। ਤੇ ਅੱਜ ਅਸੀਂ ਇਹੀ ਸਾਰੀ ਗੱਲਾਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਸਾਂਝਾ ਕਰਨ ਲਈ ਚਾਰਟ ਸਾਡੇ ਜਿਹੜੇ ਮਾਹਿਰ ਨੇ ਡਾਕਟਰਸ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਨ ਲੱਗੇ ਆ। ਡਾਕਟਰ ਕਸ਼ਮੀਰੀ ਲਾਲ ਜਿਹੜੇ ਕਿ ਸਾਡੇ ਨਾਲ ਐਸਐਮਓ ਨੇ, ਡਾਕਟਰ ਗੁਰਜੀਤ ਕੌਰ ਜਿਹੜੇ ਕਿ ਸਿਵਲ ਹਸਪਤਾਲ ਦੇ ਵਿੱਚ ਐਨੈਸਥੈਟਿਸਟ ਨੇ, ਡਾਕਟਰ ਭੁਪਿੰਦਰ ਸਿੰਘ ਜਿਹੜੇ ਮੈਡੀਕਲ ਸਪੈਸ਼ਲਿਸਟ ਨੇ ਤੇ ਡਾਕਟਰ ਕਮਲਜੀਤ ਜਿਹੜੇ ਕਿ ਐਨੈਸਥੈਟਿਸਟ ਨੇ। ਸੋ ਇਹ ਦੋ ਮੈਡੀਸਿਨ ਐਕਸਪਰਟ ਤੇ ਦੋ ਐਨੈਸਥੈਟਿਸਟ ਇਹ ਆਈਸੀਯੂ ਚਲਾਉਂਦੇ ਨੇ, ਰੋਜ਼ ਕੋਵਿਡ ਦੇ ਮਰੀਜ਼ ਦੇਖਦੇ ਨੇ। ਸਾਡੇ ਸਭ ਤੋਂ ਸੀਰੀਅਸ ਪੇਸ਼ੈਂਟ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਦੇ ਕੋਲ ਹੀ ਟ੍ਰੀਟਮੈਂਟ ਲੈਂਦੇ ਨੇ। ਇਹ ਵੀ ਤੁਹਾਡੇ ਨਾਲ ਡਿਟੇਲ ਦੇ ਵਿੱਚ ਸਾਂਝਾ ਕਰਨਗੇ ਕਿ ਕੀ ਰੀਜ਼ਨ ਹੈ ਕਿ ਪੇਸ਼ੈਂਟ ਲੇਟ ਰਿਪੋਰਟ ਕਰਕੇ ਆਪਣੀ ਜਾਨ ਤੋਂ ਹੱਥ ਧੋ ਰਹੇ ਨੇ, ਕਿ ਕਿੱਦਾਂ ਆਪਾਂ ਇਹਨਾਂ ਚੀਜ਼ਾਂ ਦਾ ਤੋਂ ਬਚਿਆ ਜਾ ਸਕਦਾ ਹੈ। ਅੱਗੇ ਵੀ ਅਸੀਂ ਹੋਰ ਪ੍ਰਾਈਵੇਟ ਹਸਪੀਟਲ ਦੇ ਡਾਕਟਰਸ ਵੀ ਆਪ ਜੀ ਦੇ ਨਾਲ ਰੂਬਰੂ ਕਰਨ ਲਈ ਲੈ ਕੇ ਆਵਾਂਗੇ ਤਾਂ ਕਿ ਆਪਾਂ ਹੋਰ ਅਵੇਅਰਨੈਸ ਦੇ ਨਾਲ ਟਾਈਮਲੀ ਇੰਟਰਵੈਂਸ਼ਨ ਕਰਕੇ ਹੋਰ ਜਾਨਾਂ ਬਚਾ ਸਕੀਏ। ਧੰਨਵਾਦ ਜੀ ਬਹੁਤ ਬਹੁਤ। ਕਰੋਨਾ ਇੱਕ ਬੜੀ ਖਤਰਨਾਕ ਬਿਮਾਰੀ ਹੈ। ਇਸ ਵਿੱਚ ਕੁਝ ਲੱਛਣ ਬਹੁਤ ਜ਼ਰੂਰੀ ਨੇ, ਜਿਵੇਂ ਕਿ ਬੁਖਾਰ ਆਉਣਾ, ਖਾਂਸੀ, ਗਲਾ ਖਰਾਬ, ਉਲਟੀਆਂ, ਦਸਤ, ਸਾਹ ਚੜ੍ਹਨਾ, ਸਮੈਲ ਘਟ ਜਾਣੇ ਜਾਂ ਆਣੀ ਨਹੀਂ ਬਿਲਕੁਲ, ਜਾਂ ਸਵਾਦ ਦਾ ਖਰਾਬ ਹੋ ਜਾਣਾ, ਥਕਾਵਟ। ਇਹ ਬਹੁਤ ਜ਼ਰੂਰੀ ਚੀਜ਼ਾਂ ਨੇ। ਜਿਵੇਂ ਕਿ ਅਸੀਂ ਦੇਖਿਆ ਗਿਆ ਕਿ ਲੋਕੀ ਅੱਜ ਕੱਲ੍ਹ ਸੈਂਪਲ ਕਰਾਉਣ ਤੋਂ ਬਹੁਤ ਡਰਦੇ ਆ, ਪਰ ਸੈਂਪਲਿੰਗ ਕਰਾਉਣੀ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਕਿਸੇ ਨੂੰ ਸਟਾਰਟਿੰਗ 'ਚ ਬੁਖਾਰ ਹੁੰਦਾ ਉਹਨਾਂ ਨੂੰ ਚਾਹੀਦਾ ਹੈ ਕਿ ਉਸੇ ਵੇਲੇ ਆ ਕੇ ਆਪਣੀ ਸੈਂਪਲਿੰਗ ਕਰਾ ਲੈਣ। ਜੇ ਨਹੀਂ ਕਰਾਉਣਗੇ ਤਾਂ ਬਿਮਾਰੀ ਵੱਧ ਜਾਏਗੀ। ਜਦੋਂ ਫਿਰ ਅਖੀਰ ਵਿੱਚ ਬਹੁਤ ਜ਼ਿਆਦਾ ਮਰੀਜ਼ ਦੀ ਬਿਮਾਰੀ ਜਿਹੜੀ ਭਿਆਨਕ ਸਥਿਤੀ ਵਿੱਚ ਹੋ ਜਾਂਦੀ ਹੈ, ਫਿਰ ਉਦੋਂ ਆਉਂਦੇ ਆ, ਜਿਹਦੇ ਕਰਕੇ ਸਾਨੂੰ ਵੀ ਮਰੀਜ਼ ਨੂੰ ਬਚਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਕੁਝ ਲੱਛਣ ਇਹਨਾਂ ਦੇ ਇਸ ਤਰ੍ਹਾਂ ਦੇ ਨੇ ਕਰੋਨਾ ਦੇ, ਜਿਹਦੇ ਕਰਕੇ ਆਪਾਂ ਨੂੰ ਬਹੁਤ ਖਿਆਲ ਰੱਖਣਾ ਚਾਹੀਦਾ ਹੈ। ਜਿਵੇਂ ਕਿ ਸਾਹ ਚੜ੍ਹਨਾ, ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਸਾਹ ਚੜ੍ਹਦਾ, ਖੂਨ ਖਾਂਸੀ ਵਿੱਚ ਬਲੱਡ ਆ ਜਾਂਦਾ, ਮਰੀਜ਼ ਬੇਹੋਸ਼ ਹੋ ਜਾਂਦਾ ਜਾਂ ਕਨਫਿਊਜ਼ ਹੋ ਜਾਂਦਾ, ਜਾਂ ਮਰੀਜ਼ ਜਿਹੜਾ ਉਹਦਾ ਪਿਸ਼ਾਬ ਆਉਣਾ ਘੱਟ ਹੋ ਜਾਂਦਾ ਜਾਂ ਬਿਲਕੁਲ ਹੀ ਬੰਦ ਹੋ ਜਾਣਾ। ਇਸ ਸਥਿਤੀ ਵਿੱਚ ਮਰੀਜ਼ ਨੂੰ ਘਰ ਨਹੀਂ ਰੱਖਣਾ ਚਾਹੀਦਾ, ਮਰੀਜ਼ ਨੂੰ ਸਿਵਲ ਹਸਪਤਾਲ ਲੈ ਕੇ ਆਉਣਾ ਚਾਹੀਦਾ। ਔਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਹਰ ਬੰਦੇ ਨੂੰ, ਕਿਸੇ ਨੂੰ ਵੀ ਕੋਈ ਵੀ ਲੱਛਣ ਆਉਂਦਾ ਉਹਨਾਂ ਨੂੰ ਹਸਪਤਾਲ ਜਾ ਕੇ ਆਪਣੀ ਸੈਂਪਲਿੰਗ ਕਰਾਉਣੀ ਚਾਹੀਦੀ ਹੈ। ਲੋਕਾਂ ਵਿੱਚ ਬਹੁਤ ਜ਼ਿਆਦਾ ਆ ਗਿਆ ਕਿ ਸੈਂਪਲਿੰਗ ਕਰਾਵਾਂਗੇ ਤੇ ਸਾਨੂੰ ਸਿਵਲ ਹਸਪਤਾਲ ਜਾਂ ਕਿਸੇ ਹੋਰ ਹਸਪਤਾਲ ਵਾਲੇ ਲੈ ਕੇ ਚੱਲ ਜਾਣਗੇ, ਸਾਨੂੰ ਦਾਖਲ ਕਰਾ ਦੇਣਗੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਜਿਹੜਾ ਵੀ ਕਰੋਨਾ ਦਾ ਮਰੀਜ਼ ਜਵਾਨ ਬੰਦਾ ਉਹਨੂੰ ਕਰੋਨਾ ਹੁੰਦਾ, ਉਹ ਆਪਣੀ ਹੋਮ ਆਈਸੋਲੇਸ਼ਨ ਕਰ ਸਕਦਾ। ਜਿਹੜਾ ਕੋਈ ਆਦਮੀ, ਕੋਈ ਵੀ ਜਿਹਨੂੰ ਬੁਖਾਰ, ਖਾਂਸੀ, ਥੋੜਾ ਬੁਖਾਰ ਹੈ ਜਾਂ ਮਾਈਲਡ ਸਿੰਪਟਮ ਨੇ, ਉਹ ਵੀ ਹੋਮ ਆਈਸੋਲੇਸ਼ਨ ਲੈ ਸਕਦਾ। ਨੰਬਰ 3 ਤੇ ਜਿਹੜੀ ਇਹ ਕੈਟੇਗਰੀ ਹੈ ਸ਼ੂਗਰ ਵਾਲਿਆਂ ਦੀ ਜਾਂ 60 ਸਾਲ ਤੋਂ ਉੱਪਰ ਮਰੀਜ਼ ਨੇ, ਜਿਨ੍ਹਾਂ ਦੀ ਇਮਿਊਨਿਟੀ ਘਟ ਜਾਂਦੀ ਹੈ ਜਾਂ ਲਿਵਰ ਦੀ ਬਿਮਾਰੀ ਹੈ, ਕਿਸੇ ਹੋਰ ਚੀਜ਼ ਦੀ ਬਿਮਾਰੀ ਹੈ, ਹਾਰਟ ਦੀ ਬਿਮਾਰੀ ਹੈ, ਇਹਨਾਂ ਨੂੰ ਆਪਾਂ ਹਸਪੀਟਲ ਰੱਖਣਾ ਜ਼ਰੂਰੀ ਹੁੰਦਾ। ਨੰਬਰ 4 ਤੇ ਉਹ ਬੰਦੇ ਆ ਜਿਨ੍ਹਾਂ ਦਾ ਸਾਹ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਚੜ੍ਹ ਜਾਂਦਾ ਹੈ, ਉਹਨਾਂ ਦੀ ਸੈਚੂਰੇਸ਼ਨ ਆਕਸੀਜਨ ਦੀ ਘਟ ਜਾਂਦੀ ਹੈ। ਇਹਨਾਂ ਨੂੰ ਹਸਪਤਾਲ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨਾਂ ਨੂੰ ਅਗਰ ਹਸਪਤਾਲ ਨਾ ਦਾਖਲ ਕਰਾਇਆ ਜਾਂਦਾ ਤਾਂ ਇਹਨਾਂ ਦੀ ਮੌਤ ਵੀ ਹੋ ਸਕਦੀ ਹੈ। ਔਰ ਅੱਜ ਕੱਲ੍ਹ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਜਿਹਦੇ ਵਿੱਚ ਲੋਕੀ ਜਿਹੜੇ ਭਿਆਨਕ ਜਿਹੜੇ ਬੰਦੇ, ਕੁਝ ਸ਼ਰਾਰਤੀ ਅਨਸਰ ਨੇ, ਉਹ ਇਹੋ ਜਿਹੇ ਨੇ ਵੀਡੀਓ ਮੋਬਾਈਲ ਦੇ ਵਿੱਚ ਕਿ ਜੀ ਜੇ ਇਹ ਆਪਾਂ ਦਾਖਲ ਕਰਾਵਾਂਗੇ, ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਇਹ ਬੰਦੇ ਉਹਨਾਂ ਦੇ ਅੰਗ ਕੱਢ ਲੈਂਦੇ ਆ। ਜਿਹੜਾ ਬੰਦਾ ਕਰੋਨਾ ਨਾਲ ਜਿਹਦੀ ਮੌਤ ਹੋ ਜਾਂਦੀ ਹੈ ਉਹਦੇ ਜਿਹੜੇ ਅੰਗ ਕੱਢਦੇ ਨੇ, ਉਹ ਕੋਈ ਇੱਦਾਂ ਦੀ ਗੱਲ ਨਹੀਂ, ਸਾਰੀਆਂ ਅਫਵਾਹਾਂ ਨੇ। ਉਹਨਾਂ ਦੇ ਅੰਗ ਤੇ ਪਹਿਲੇ ਖਰਾਬ ਹੋ ਚੁੱਕੇ ਹੁੰਦੇ ਨੇ, ਉਹਨਾਂ ਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ। ਇਹ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਹਰ ਬੰਦੇ ਨੂੰ ਕੋਈ ਵੀ ਲੱਛਣ ਆਵੇ,
ਇਹ ਜਿੰਨੇ ਮੈਂ ਦੱਸੇ ਆ ਇਹਨਾਂ ਨੂੰ ਸਿਵਲ ਹਸਪਤਾਲ ਜਾਂ ਕਿਸੇ ਹੋਰ ਹਸਪਤਾਲ ਜਾ ਕੇ ਆਪਣੀ ਸੈਂਪਲਿੰਗ ਕਰਾਉਣੀ ਬੜੀ ਜ਼ਰੂਰੀ ਹੈ। ਜਿੰਨੀ ਜ਼ਿਆਦਾ ਸੈਂਪਲਿੰਗ ਹੋਏਗੀ ਉਹ ਬਾਕੀ ਉਹਨਾਂ ਦੇ ਘਰ ਦੇ ਜਿਹੜੇ ਲੋਕੀ ਉਹ ਬਚ ਜਾਣਗੇ। ਜੇ ਆਪਾਂ ਕਿਸੇ ਬੰਦੇ ਨੂੰ ਬੁਖਾਰ ਚੜ੍ਹ ਜਾਂਦਾ ਉਹ ਸਿਵਲ ਹਸਪਤਾਲ ਜਾਂ ਕਿਤੇ ਹੋਰ ਆਪਣਾ ਟੈਸਟ ਹੀ ਨਹੀਂ ਕਰਾਉਂਦਾ ਤੇ ਉਹਦੀ ਬਿਮਾਰੀ ਵੱਧਦੀ ਜਾਂਦੀ ਹੈ। ਜਦੋਂ ਉਹਦੀ ਬਿਮਾਰੀ ਵੱਧਦੀ ਜਾਂਦੀ ਹੈ ਫਿਰ ਇਹ ਬਿਮਾਰੀ ਜ਼ਿਆਦਾ ਖਤਰਨਾਕ ਹੋ ਜਾਂਦੀ। ਇਸ ਤੋਂ ਚੰਗਾ ਇਹ ਹੈ ਕਿ ਜਲਦੀ ਤੋਂ ਜਲਦੀ ਆਪਣਾ ਟੈਸਟ ਕਰਵਾਇਆ ਜਾਵੇ। ਅੱਜ ਅਸੀਂ ਕਰੋਨਾ ਮਹਾਮਾਰੀ ਬਾਰੇ ਕੁਝ ਅਹਿਮ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਸਾਰੇ ਇਸ ਬਿਮਾਰੀ ਨਾਲ ਜੂਝ ਰਹੇ ਹਾਂ। ਸਿਹਤ ਵਿਭਾਗ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੁਹਾਨੂੰ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਵਾਸਤੇ। ਤੁਸੀਂ ਸਾਰੇ ਜਾਣਦੇ ਹੋ ਕਿ 3 ਚੀਜ਼ਾਂ ਦਾ ਸਭ ਤੋਂ ਜ਼ਿਆਦਾ ਖਿਆਲ ਅਸੀਂ ਸਾਰਿਆਂ ਨੇ ਰੱਖਣਾ ਹੁੰਦਾ ਹੈ। ਮਾਸਕ ਪਾਉਣਾ, ਬਾਰ-ਬਾਰ ਸਾਬਣ ਨਾਲ ਹੱਥ ਧੋਣੇ ਤੇ ਇੱਕ ਦੂਜੇ ਤੋਂ 2 ਗਜ਼ ਦਾ ਘੱਟੋ-ਘੱਟ ਫਾਸਲਾ ਬਣਾ ਕੇ ਰੱਖਣਾ। ਜਲੰਧਰ ਨਿਵਾਸੀਓ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਸਾਨੂੰ ਇਸ ਦੇ ਲੱਛਣ ਸ਼ੁਰੂ ਹੁੰਦੇ ਹਨ ਇਸ ਬਿਮਾਰੀ ਦੇ, ਜਿਵੇਂ ਕਿ ਜੋ ਕਿ ਬਿਲਕੁਲ ਇੱਕ ਆਮ ਸਰਦੀ ਜ਼ੁਕਾਮ ਦੀ ਤਰ੍ਹਾਂ ਜਾਂ ਪੇਟ ਖਰਾਬ ਹੋਣ ਦੇ ਲੱਛਣ ਹੁੰਦੇ ਹਨ, ਸਾਨੂੰ ਉਸੇ ਵੇਲੇ ਹਸਪਤਾਲ ਆ ਕੇ ਆਪਣਾ ਟੈਸਟ ਕਰਾਉਣਾ ਚਾਹੀਦਾ ਹੈ ਤੇ ਇਹਦਾ ਇਲਾਜ ਸ਼ੁਰੂ ਕਰਾਉਣਾ ਚਾਹੀਦਾ ਹੈ। ਇਸ ਬਿਮਾਰੀ ਦੇ ਵਿੱਚ ਜੋ ਸਥਿਤੀ ਸਾਡੇ ਸਰੀਰ 'ਚ ਪੈਦਾ ਹੁੰਦੀ ਹੈ ਉਹ ਇਹ ਹੈ ਕਿ ਖੂਨ ਦੀਆਂ ਨਾੜੀਆਂ ਦੇ ਵਿੱਚ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਨਾਲ ਆਕਸੀਜਨ ਦੀ ਮਾਤਰਾ ਫੇਫੜਿਆਂ ਦੇ ਵਿੱਚੋਂ ਸਾਡੇ ਸਰੀਰ ਵਿੱਚ ਨਹੀਂ ਜਾ ਸਕਦੀ ਤੇ ਜਿਸ ਕਰਕੇ ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਕਰਕੇ ਸਾਡੇ ਸਰੀਰ ਦੇ ਸਾਰੇ ਅੰਦਰੂਨੀ ਅੰਗਾਂ ਦੇ ਉੱਤੇ ਮਾੜਾ ਅਸਰ ਪੈਂਦਾ ਹੈ। ਸਾਡੇ ਫੇਫੜੇ, ਦਿਲ, ਗੁਰਦੇ, ਜਿਗਰ ਤੇ ਦਿਮਾਗ ਦੇ ਉੱਤੇ ਮਾੜਾ ਅਸਰ ਪੈਂਦਾ ਹੈ ਤੇ ਇਹ ਅੰਦਰੂਨੀ ਅੰਗ ਹੌਲੀ-ਹੌਲੀ ਜਿੱਦਾਂ ਬਿਮਾਰੀ ਵੱਧਦੀ ਹੈ ਆਪਣਾ ਕੰਮ ਕਰਨਾ ਬੰਦ ਕਰਦੇ ਹਨ। ਸੋ ਐਨਐਸਸੀਆ ਵਿਭਾਗ ਦਾ ਰੋਲ ਇਸ ਬਿਮਾਰੀ ਦੇ ਵਿੱਚ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਘਟਦੀ ਹੈ ਤੇ ਮਰੀਜ਼ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹੋ ਜਿਹੇ ਮਰੀਜ਼ਾਂ ਨੂੰ ਅਸੀਂ ਆਈਸੀਯੂ ਦੇ ਵਿੱਚ ਦਾਖਲ ਕਰਕੇ ਉਹਨਾਂ ਦਾ ਇਲਾਜ ਕਰਦੇ ਹਾਂ ਤੇ ਉਹਨਾਂ ਨੂੰ ਆਕਸੀਜਨ ਦੇਣ ਵਾਲੀਆਂ ਮਸ਼ੀਨਾਂ ਦੇ ਨਾਲ ਆਕਸੀਜਨ ਦਿੱਤੀ ਜਾਂਦੀ ਹੈ। ਸਾਡੇ ਕੋਲ ਇਸ ਤਰ੍ਹਾਂ ਦੀਆਂ ਮਸ਼ੀਨਾਂ ਮੌਜੂਦ ਹਨ ਜਿਨ੍ਹਾਂ ਦੇ ਨਾਲ ਕਿ ਅਸੀਂ ਵੱਧ ਮਾਤਰਾ ਦੇ ਵਿੱਚ ਹਾਈ ਫਲੋ ਦੇ ਉੱਤੇ ਆਕਸੀਜਨ ਦੇ ਕੇ ਉਹਨਾਂ ਦੀ ਫੇਫੜਿਆਂ ਦੀ ਸਾਂਭ ਸੰਭਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਵੀ ਜੇਕਰ ਮਰੀਜ਼ ਬਹੁਤ ਜ਼ਿਆਦਾ ਸੀਰੀਅਸ ਹੋਵੇ ਤੇ ਆਪ ਸਾਹ ਲੈਣ ਦੇ ਵਿੱਚ ਅਸਮਰੱਥ ਹੋਵੇ ਤਾਂ ਅਸੀਂ ਉਸ ਨੂੰ ਵੈਂਟੀਲੇਟਰ ਦੇ ਨਾਲ ਸਾਹ ਦਵਾਉਂਦੇ ਹਾਂ ਤੇ ਸਾਹ ਦੀ ਪ੍ਰਕਿਰਿਆ ਚਾਲੂ ਰਹਿੰਦੀ ਹੈ। ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਸੀਰੀਅਸ ਮਰੀਜ਼ ਉਦੋਂ ਹੀ ਹੁੰਦੇ ਹਨ ਜਦੋਂ ਉਹਨਾਂ ਨੂੰ ਕੋਈ ਹੋਰ ਬਿਮਾਰੀਆਂ ਹੁੰਦੀਆਂ ਜਿਨ੍ਹਾਂ ਦਾ ਕੋਈ ਪੂਰੀ ਤਰ੍ਹਾਂ ਇਲਾਜ ਨਹੀਂ ਕਰਾ ਰਹੇ ਹੁੰਦੇ। ਜਿਸ ਤਰ੍ਹਾਂ ਕਿ ਕਰੋਨਾ ਦੇ ਮਰੀਜ਼ ਨੂੰ ਅਗਰ ਸ਼ੂਗਰ ਹੈ, ਅਗਰ ਬਲੱਡ ਪ੍ਰੈਸ਼ਰ ਹੈ, ਕੋਈ ਦਿਲ ਦੀ ਬਿਮਾਰੀ ਹੈ, ਕੋਈ ਗੁਰਦੇ ਦੀ ਬਿਮਾਰੀ ਹੈ ਤੇ ਉਹਨਾਂ ਦੀ ਗੰਭੀਰ ਹਾਲਤ ਦੇ ਵਿੱਚ ਜਾਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਤੇ ਅਗਰ ਇਹ ਬਿਮਾਰੀਆਂ ਕੰਟਰੋਲ 'ਚ ਨਾ ਰੱਖੀਆਂ ਜਾਣ ਤੇ ਮਰੀਜ਼ ਨੂੰ ਬਚਾਉਣ ਦੇ ਵਿੱਚ ਸਾਨੂੰ ਬੜੀ ਦਿੱਕਤ ਆਉਂਦੀ ਹੈ। ਸੋ ਆਪ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਅਗਰ ਤੁਸੀਂ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤੇ ਆਪਣੀਆਂ ਇਹਨਾਂ ਬਿਮਾਰੀਆਂ ਦਾ ਇਲਾਜ ਪੂਰਾ ਕਰਾਉਂਦੇ ਰਹੋ, ਇਹਨਾਂ ਨੂੰ ਕੰਟਰੋਲ 'ਚ ਰੱਖੋ ਤੇ ਜੇ ਤੁਹਾਨੂੰ ਕਰੋਨਾ ਵਰਗੇ ਲੱਛਣ ਆਉਂਦੇ ਹਨ ਤੇ ਤੁਸੀਂ ਜਲਦੀ ਤੋਂ ਜਲਦੀ ਡਾਕਟਰ ਦੀ ਸਲਾਹ ਲਵੋ। ਤੇ ਇਹਨੂੰ ਬਚਾਅ ਦੇ ਲਈ ਆਪਾਂ ਸਾਰਿਆਂ ਨੂੰ ਪਤਾ ਹੈ ਜੋ ਅਸੀਂ ਪਰਹੇਜ਼ ਵਰਤਨੇ ਹਨ। ਫਿਰ ਇਸ ਤੋਂ ਇਲਾਵਾ ਇੱਕ ਹੋਰ ਸਥਿਤੀ ਹੈ ਬਹੁਤ ਅਜੀਬ ਕਿ ਸਾਡੇ ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਤਾਂ ਘਟ ਜਾਂਦੀ ਹੈ ਪਰ ਕਈ ਵਾਰੀ ਸਾਨੂੰ ਸਾਹ ਲੈਣ 'ਚ ਕੋਈ ਦਿੱਕਤ ਨਹੀਂ ਆਉਂਦੀ, ਕੋਈ ਲੱਛਣ ਪੈਦਾ ਨਹੀਂ ਹੁੰਦੇ ਤੇ ਹੌਲੀ-ਹੌਲੀ ਇਹ ਮਾਤਰਾ ਇੰਨੀ ਕੁ ਘਟ ਜਾਂਦੀ ਹੈ ਕਿ ਜਦੋਂ ਮਰੀਜ਼ ਬਹੁਤ ਸੀਰੀਅਸ ਹਾਲਤ ਦੇ ਵਿੱਚ ਹੁੰਦਾ ਹੈ ਉਹਨੂੰ ਉਦੋਂ ਪਤਾ ਲੱਗਦਾ ਹੈ। ਸੋ ਇਸ ਕਰਕੇ ਜੇ ਤੁਸੀਂ ਕਰੋਨਾ ਪੋਜ਼ਿਟਿਵ ਆਏ ਹੋ ਤਾਂ ਇਹ ਤੁਹਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਸੀਂ ਆਪਣੇ ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਜ਼ਰੂਰ ਚੈੱਕ ਕਰੋ ਜਾਂ ਕਰਵਾਓ ਹਸਪੀਟਲ ਆ ਕੇ। ਇਹਦੇ ਲਈ ਇੱਕ ਬੜਾ ਸਿੰਪਲ ਜਿਹਾ ਸਾਡੇ ਕੋਲ ਇੰਸਟਰੂਮੈਂਟ ਜੋ ਪਲਸ ਆਕਸੀਮੀਟਰ ਹੈ, ਉਂਗਲ ਤੇ ਲੱਗ ਜਾਂਦਾ ਹੈ, ਮਰੀਜ਼ ਆਪ ਵੀ ਚੈੱਕ ਕਰ ਸਕਦਾ ਹੈ, ਉਹਦੀ ਵਰਤੋਂ ਕਰੋ ਤੇ ਲਗਾਤਾਰ ਆਪਣੀ ਆਕਸੀਜਨ ਰੋਜ਼ ਚੈੱਕ ਕਰੋ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਆਕਸੀਜਨ 95% ਤੋਂ ਘਟ ਰਹੀ ਹੈ ਤੇ ਤੁਸੀਂ ਇਮੀਡੀਏਟਲੀ ਡਾਕਟਰੀ ਸਹਾਇਤਾ ਲਵੋ। ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪ ਸਾਰਿਆਂ ਦੀ ਸਿਹਤ ਦੀ ਸ਼ੁਭ ਕਾਮਨਾਵਾਂ ਦੇ ਨਾਲ ਧੰਨਵਾਦ ਕਹਿੰਦੀ ਹਾਂ। ਜੇ ਅੱਜ ਦੀ ਤਰੀਕ ਜਲੰਧਰ ਦੀ ਗੱਲ ਕਰੀਏ ਤਕਰੀਬਨ 6770 ਕੇਸਿਸ ਰਿਪੋਰਟ ਹੋ ਚੁੱਕੇ ਨੇ ਤਾਂ ਤਕਰੀਬਨ ਉਹਦੇ ਵਿੱਚੋਂ ਪੌਣੇ 200 ਬੰਦਿਆਂ ਦੀ ਡੈਥ ਹੋ ਚੁੱਕੀ ਆ। ਤੇ ਜੇ ਆਪਾਂ ਹੁਣ ਇਹ ਲੱਛਣਾਂ ਦੀ ਗੱਲ ਕਰੀਏ ਤਕਰੀਬਨ 85% ਬੰਦਿਆਂ ਨੂੰ ਬਿਲਕੁਲ ਮਾਮੂਲੀ ਲੱਛਣ ਹੋ ਸਕਦੇ ਆ ਕਰੋਨਾ ਦੇ ਜਾਂ ਬਹੁਤ ਹੀ ਨਹੀਂ ਵੀ ਹੋ ਸਕਦੇ। ਜਿਹੜੇ 15% ਨੂੰ ਲੱਛਣ ਹੁੰਦੇ ਆ ਉਹ ਥੋੜੇ ਸਵੀਅਰ ਕੇਸਿਸ ਹੁੰਦੇ ਨੇ। ਜਿਹੜੇ ਮਾਮੂਲੀ ਲੱਛਣਾਂ ਦੀ ਗੱਲ ਕਰੀਏ ਜਾਂ ਏਸਿਮਪਟੋਮੈਟਿਕ ਦੀ ਗੱਲ ਕਰੀਏ ਜਾਂ ਮਾਈਲਡ ਸਿੰਪਟਮਸ ਦੀ ਗੱਲ ਕਰੀਏ ਉਹਦੇ ਵਿੱਚੋਂ ਤਕਰੀਬਨ ਜਦੋਂ ਸ਼ੁਰੂ ਹੁੰਦੀ ਆ ਬਿਮਾਰੀ ਬੰਦੇ ਨੂੰ ਬੁਖਾਰ ਹੋ ਸਕਦਾ ਆ, ਉਹਨੂੰ ਖਾਂਸੀ ਹੋ ਸਕਦੀ ਆ, ਉਹਨੂੰ ਜ਼ੁਕਾਮ ਹੋ ਸਕਦਾ ਆ
ਨਿੱਛਾਂ ਆ ਸਕਦੀਆਂ ਆ, ਜਾਂ ਉਹਦੇ ਗਲੇ 'ਚ ਖਰਾਸ਼ ਹੋ ਸਕਦੀ ਆ, ਜਾਂ ਉਹਨੂੰ ਛਾਤੀ 'ਚ ਭਾਰਾਪਨ ਦਰਦ ਹੋ ਸਕਦੀ ਆ, ਜਾਂ ਉਹਦੇ ਸੁੰਘਣ ਦੀ ਸ਼ਕਤੀ ਥੋੜ੍ਹੇ ਕੁ ਦਿਨਾਂ ਲਈ ਜਾ ਸਕਦੀ ਆ, ਜਾਂ ਉਹਦਾ ਟੇਸਟ ਥੋੜ੍ਹੇ ਕੁ ਦਿਨਾਂ ਲਈ ਖਰਾਬ ਹੋ ਸਕਦਾ ਜਾਂ ਮਰ ਸਕਦਾ ਆ, ਜਾਂ ਉਹਨੂੰ ਤਕਰੀਬਨ ਕਈਆਂ ਬੰਦਿਆਂ ਨੂੰ ਦੇਖਿਆ ਗਿਆ ਕਿ ਟੱਟੀਆਂ ਜਿਹਾ ਲੱਗ ਸਕਦੀਆਂ ਹੈਗੀਆਂ, ਜਾਂ ਜਦੋਂ ਇਹ ਬਿਮਾਰੀ ਹੋਰ ਵੱਧਦੀ ਆ ਫਿਰ ਉਹਦੇ ਹੋਰ ਸੀਵੀਅਰ ਲੱਛਣ ਆ ਜਾਂਦੇ ਨੇ, ਜਿਵੇਂ ਕਿ ਉਹਨੂੰ ਬਲਗਮ 'ਚ ਖੂਨ ਆ ਸਕਦਾ ਆ, ਜਾਂ ਉਹਨੂੰ ਸਾਹ ਲੈਣ ਤਕਲੀਫ ਹੋ ਸਕਦੀ ਆ, ਜਾਂ ਉਹਦਾ ਕੌਨਸ਼ੀਅਸ ਲੈਵਲ ਘਟ ਸਕਦਾ, ਯਾਨੀ ਕਿ ਡਰੋਜ਼ੀ ਹੋ ਸਕਦਾ ਆ, ਬੇਹੋਸ਼ ਹੋ ਸਕਦਾ ਆ, ਉਹਨੂੰ ਸੀਜ਼ਰਸ ਆ ਸਕਦੇ ਆ। ਇਹ ਜਦੋਂ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਆ ਫਿਰ ਆਪਾਂ ਇਹਨੂੰ ਟੈਸਟ ਕਿੱਦਾਂ ਕਰਨਾ ਹੈ। ਹੁਣ ਇਹ ਜੇ ਬਿਮਾਰੀ ਆ, ਆਪਾਂ ਨੂੰ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਹੈਗਾ ਕਿ ਇਹਦੇ ਲੱਛਣ ਜਿਹੜੇ ਹੈਗੇ ਆ, ਜਦੋਂ ਵੀ ਕਿਸੇ ਨੂੰ ਲੱਛਣ ਹੋਣ ਉਹਨੂੰ ਆਪਣੇ ਆਪ ਨੂੰ ਟੈਸਟ ਕਰਾਉਣਾ ਚਾਹੀਦਾ ਹੈ। ਟੈਸਟ ਕਿੱਥੇ ਹੁੰਦਾ ਆ? ਸਾਡੇ ਸਰਕਾਰੀ ਹਸਪਤਾਲਾਂ ਵਿੱਚ ਫਲੂ ਕਾਰਨਰ ਬਣੇ ਹੋਏ ਨੇ, ਉੱਥੇ ਜਾ ਕੇ ਆਪਣਾ ਪਬਲਿਕ ਉੱਥੇ ਜਾ ਕੇ ਆਪਣਾ ਟੈਸਟ ਕਰਾ ਸਕਦੀ ਆ। ਟੈਸਟ ਕਿੱਦਾਂ ਕਰਦੇ ਆ ਆਪਾਂ? ਤਕਰੀਬਨ ਹਰੇਕ ਦੇ ਵਿੱਚੋਂ ਜਾਂ ਤਾਂ ਆਪਾਂ ਉਹਦੇ ਨੱਕ ਦੇ ਵਿੱਚੋਂ ਸਵੈਬ ਲੈ ਕੇ ਜਾਂ ਉਹਦੇ ਤੁੰਬਾ ਲੈ ਕੇ ਟੈਸਟ ਕਰੀਦਾ, ਜਾਂ ਉਹਦੇ ਗਲੇ 'ਚੋਂ ਤੁੰਬਾ ਲੈ ਕੇ ਟੈਸਟ ਕਰਦੇ ਆ। 3 ਤਰ੍ਹਾਂ ਦੇ ਟੈਸਟ ਹੁੰਦੇ ਆ। ਇੱਕ ਆਪਾਂ ਕਹਿੰਦੇ ਆ ਐਂਟੀਜਨ ਟੈਸਟ ਹੁੰਦਾ ਆ, ਜਿਹੜਾ ਕਿ ਛੇਤੀ ਉਹਦਾ ਰਿਜ਼ਲਟ ਅੱਧੇ ਕੁ ਘੰਟੇ ਦੇ ਵਿੱਚ ਆ ਜਾਂਦਾ ਆ। ਦੂਸਰਾ ਟੈਸਟ ਆ ਟਰੂਨੈਟ ਮਸ਼ੀਨ ਰਾਹੀਂ ਕਰਦੇ ਆ, ਜਿਹੜਾ ਕਿ ਜ਼ਿਆਦਾਤਰ ਅਸੀਂ ਜਿਹੜੇ ਸਾਡੇ ਕੋਲ ਹਸਪਤਾਲ 'ਚ ਦਾਖਲ ਹੁੰਦੇ ਆ, ਸੀਰੀਅਸ ਮਰੀਜ਼ ਹੁੰਦੇ ਆ, ਉਹਨਾਂ ਦਾ ਕਰਦੇ ਆ, ਜਿਹਨਾਂ ਦੀ ਕਿ ਰਿਪੋਰਟ 2 ਕੁ ਘੰਟੇ ਦੇ ਵਿੱਚ ਆ ਜਾਂਦੀ ਆ। ਤਾਂ ਤੀਸਰਾ ਹੋਰ ਟੈਸਟ ਆ ਜਿਹੜਾ ਕਿ ਇਹ ਵੀ RT-PCR ਟੈਸਟ ਹੈ। ਜਿਹੜਾ ਤੀਸਰਾ ਟੈਸਟ ਹੈ ਉਹ ਵੀ RT-PCR ਟੈਸਟ ਹੈ। ਉਹ ਆਪਾਂ ਸੈਂਪਲ ਲੈ ਕੇ ਜਾਂ ਤਾਂ ਉਹਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਭੇਜੀਦਾ ਹੈ ਜਾਂ ਮੈਡੀਕਲ ਕਾਲਜ ਫਰੀਦਕੋਟ ਭੇਜੀਦਾ, ਜਿਹਦੀ ਕਿ ਰਿਪੋਰਟ 24 ਤੋਂ 48 ਘੰਟੇ ਦੇ ਵਿੱਚ ਆ ਜਾਂਦੀ ਆ। ਜਦੋਂ ਹੁਣ ਇਹ ਟੈਸਟ ਹੋ ਜਾਂਦੇ ਆ, ਫਿਰ ਆਪਾਂ ਜਦੋਂ ਰਿਜ਼ਲਟ ਆ ਜਾਂਦਾ, ਫਿਰ ਆਪਾਂ ਦੇਖੀਦਾ ਵੀ ਜਦੋਂ ਇਹ ਮਰੀਜ਼ ਟੈਸਟ ਦੇਣ ਜਾਂਦਾ ਉਦੋਂ ਆਪੇ ਸਵੈ ਘੋਸ਼ਣਾ ਪੱਤਰ ਇੱਕ ਅੱਜ ਕੱਲ੍ਹ ਆਪਾਂ ਪਹਿਲਾਂ ਹੀ ਭਰਵਾ ਲਈਦਾ ਕਿ ਮੇਰੇ ਘਰ 'ਚ ਜੇ ਮੈਂ ਟੈਸਟ ਖੁਦਾ ਨਾ ਖਾਸਤਾ ਪੋਜ਼ੀਟਿਵ ਆ ਗਿਆ ਤਾਂ ਮੇਰੇ ਘਰ ਹੋਮ ਆਈਸੋਲੇਸ਼ਨ ਦੀ ਫੈਸਿਲਿਟੀ ਹੈਗੀ ਆ, ਮੈਂ ਹੋਮ ਆਈਸੋਲੇਟ ਹੋ ਸਕਦਾ ਆ। ਉਹ ਪਹਿਲਾਂ ਹੀ ਭਰਾ ਲਈਦਾ ਤਾਂ ਕਿ ਉਹਨੂੰ ਬਾਅਦ 'ਚੋਂ ਮੁਸ਼ਕਲ ਨਾ ਆਵੇ। ਜਿਹੜੇ ਕਿ ਸਿੰਪਟੋਮੈਟਿਕ ਹੁੰਦੇ ਆ, ਉਹ ਜਿੱਦਾਂ ਦਾਖਲ ਹੋ ਗਏ ਮਰੀਜ਼, ਉਹਨਾਂ ਦਾ ਆਪਾਂ ਕਰਦੇ ਆ। ਜਦੋਂ ਸਿੰਪਟਮਸ ਜ਼ਿਆਦਾ ਹੋ ਗਏ, ਟੈਸਟ ਹੋ ਗਿਆ, ਆ ਗਏ, ਫਿਰ ਆਪਾਂ ਪੇਸ਼ੈਂਟ ਨੂੰ ਇੱਦਾਂ ਹੀ ਆਪਾਂ ਕੈਟਾਗਰਾਈਜ਼ ਕਰ ਦਈਦੇ ਆ। ਸਾਡੇ ਕੋਲੋਂ 3 ਤਰ੍ਹਾਂ ਦੇ ਫੈਸਿਲਿਟੀਜ਼ ਹੈਗੀਆਂ, ਜਿਹਨੂੰ ਕਿ ਆਪਾਂ ਲੈਵਲ 1, ਲੈਵਲ 2 ਤੇ ਲੈਵਲ 3 ਕਹਿੰਦੇ ਆ। ਲੈਵਲ 1 ਫੈਸਿਲਿਟੀ ਉਹ ਆ ਜਿੱਥੇ ਪੇਸ਼ੈਂਟ ਨੂੰ ਸਿਰਫ ਆਪਾਂ ਹੋਮ ਆਈਸੋਲੇਟ ਟਾਈਪ ਕਰ ਲੈਂਦੇ ਆ, ਜਾਂ ਜਿੱਦਾਂ ਮੈਰੀਟੋਰੀਅਸ ਸਕੂਲ ਹੈਗਾ ਸਾਡੇ ਕੋਲ, ਜਾਂ NIT ਹੈਗੀ ਆ ਇੱਥੇ, ਉੱਥੇ 1000-1500 ਬੈੱਡਸ ਦੀ ਸਾਡੇ ਕੋਲ ਅਵੇਲੇਬਿਲਿਟੀ ਹੈਗੀ ਆ। ਉਹਨਾਂ ਨੂੰ ਜਦੋਂ ਆਪਾਂ ਉੱਥੇ ਆਈਸੋਲੇਟ ਕਰਦੇ ਆ, ਉਹਨਾਂ ਦਾ ਸਿਰਫ ਇਹੋ ਹੀ ਦੇਖਣਾ ਹੁੰਦਾ ਇਹਨੂੰ ਕੋਈ ਸਿੰਪਟਮਸ ਡਿਵੈਲਪ ਨਾ ਹੋਣ, ਉਹ ਕਿਸੇ ਨੂੰ ਮਿਲੇ ਨਾ। 2 ਹਫ਼ਤੇ ਲਈ ਬਿਲਕੁਲ ਉਹਨੂੰ ਆਈਸੋਲੇਟ ਰੱਖੀਦਾ ਆ, ਚਾਹੇ ਉਹ ਘਰ ਹੋਵੇ ਚਾਹੇ ਕੋਵਿਡ ਕੇਅਰ ਸੈਂਟਰ ਹੋਵੇ। ਉਹਦਾ ਮਤਲਬ ਇਹੀ ਹੁੰਦਾ ਕਿਉਂਕਿ ਇਹ ਜਿਹੜਾ ਵਾਇਰਸ ਆ, ਇਹੋ ਦੇਖਿਆ ਗਿਆ ਹੈ ਕਿ ਇਹ 5 ਤੋਂ 10 ਦਿਨ ਜਾਂ 12 ਦਿਨ 14 ਦਿਨ ਤੱਕ ਇਹੋ ਅੰਦਰ ਸਰੀਰ ਦੇ ਵਿੱਚ ਰਹਿ ਸਕਦਾ ਹੈ। ਉਦੋਂ ਰੈਪਲੀਕੇਟ ਕਰਦਾ ਆ, ਤਾਂ ਉਦੋਂ ਉਹਨੂੰ ਇਨਫੈਕਸ਼ਨ ਹੋਰਾਂ ਨੂੰ ਕਰਨ ਦੀ ਇਹਦੀ ਕਾਬਲੀਅਤ ਹੁੰਦੀ ਆ, ਉਦੋਂ ਇਹ ਇਨਫੈਕਟ ਕਰ ਸਕਦਾ ਆ। ਇਸੇ ਲਈ ਆਪਾਂ ਉਹਨਾਂ ਨੂੰ 14 ਦਿਨ ਜਾਂ 17 ਦਿਨ ਲਈ ਹੋਮ ਆਈਸੋਲੇਟ ਰੱਖਦੇ ਆ, ਜਾਂ ਉਹਨੂੰ ਕੋਵਿਡ ਕੇਅਰ ਸੈਂਟਰ ਦੇ ਵਿੱਚ ਰੱਖਦੇ ਆ। ਹੁਣ ਰਹਿ ਗਈ ਗੱਲ ਜਿਹੜੇ ਸਿੰਪਟੋਮੈਟਿਕ ਮਰੀਜ਼ ਆ ਜਾਂਦੇ, ਜਿਹੜੇ ਕਿ ਆਪਾਂ ਪਹਿਲਾਂ ਵੀ ਦੱਸ ਚੁੱਕਾ ਮੈਂ 15% ਹੁੰਦੇ ਆ, ਉਹਦੇ ਵਾਸਤੇ ਇੱਕ ਲੈਵਲ 2 ਹਸਪਤਾਲ ਦੀ ਫੈਸਿਲਿਟੀ ਹੁੰਦੀ ਆ। ਉਹ ਲੈਵਲ 2 ਕੀ ਆ? ਜਿੱਥੇ ਆਪਾਂ ਕੋਲ ਆਕਸੀਜਨ ਸਪਲਾਈ ਹੁੰਦੀ ਆ, ਜਿਹੜਾ ਕਿ ਸਾਡੇ ਹਸਪਤਾਲ ਦੇ ਵਿੱਚ, ਸਿਵਲ ਹਸਪਤਾਲ ਦੇ ਵਿੱਚ 250-300 ਬੈੱਡ ਲੈਵਲ 2 ਦੇ ਸਾਡੇ ਕੋਲ ਹੈਗੇ ਨੇ, ਜਿੱਥੇ ਕਿ ਹਰੇਕ ਪਾਈਪਡ ਆਕਸੀਜਨ ਸਪਲਾਈ ਹੈਗੀ ਆ। ਜਿੱਥੇ ਮਰੀਜ਼ ਨੂੰ ਆਪਾਂ ਰੱਖਿਆ ਜਾਂਦਾ, ਇੱਥੇ ਕੋਈ ਮਾਈਲਡ ਸਿੰਪਟਮਸ ਹੁੰਦੇ ਆ, ਜੇ ਉਹਨੂੰ ਆਕਸੀਜਨ ਦੀ ਮਾਤਰਾ ਦੀ ਲੋੜ ਪਵੇ ਤਾਂ ਆਪਾਂ ਉਦੋਂ ਹੀ ਉਹਨੂੰ ਆਕਸੀਜਨ ਦੇ ਸਕਦੇ ਹਾਂ। ਇਸੇ ਤਰ੍ਹਾਂ ਹੀ ਲੈਵਲ 2 ਤੋਂ ਬਾਅਦ ਲੈਵਲ 3 ਫੈਸਿਲਿਟੀ ਹੈਗੀ ਆ, ਜਿਹੜੀ ਕਿ ਕੁਝ ਹਸਪਤਾਲਾਂ ਦੇ ਵਿੱਚ ਹੈਗੀ ਆ, ਜਿਹਨਾਂ ਵਿੱਚੋਂ ਇੱਕ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਵੀ ਲੈਵਲ 3 ਫੈਸਿਲਿਟੀ ਹੈਗੀ ਆ। ਆਪਣੇ ਮੈਡੀਕਲ ਕਾਲਜਸ ਹੈਗੇ ਪਟਿਆਲਾ, ਅੰਮ੍ਰਿਤਸਰ, DMC, CMC ਜਾਂ PGI ਜਾਂ ਏਮਸ, ਇਹਦੇ ਵਿੱਚ ਲੈਵਲ 3 ਦੀ ਫੈਸਿਲਿਟੀ ਹੁੰਦੀ ਆ। ਲੈਵਲ 3 ਦੀ ਫੈਸਿਲਿਟੀ ਕੀ ਹੁੰਦੀ ਆ? ਉਹ ਸੀਰੀਅਸ ਮਰੀਜ਼ ਆਪਾਂ ਉੱਥੇ ਰੱਖਦੇ ਆ, ਜਿਨ੍ਹਾਂ ਨੂੰ ਕਿ ਆਕਸੀਜਨ ਦੀ ਮਾਤਰਾ ਬਹੁਤ ਹੀ ਘਟ ਜਾਂਦੀ ਆ, ਬਹੁਤ ਹੀ ਸਾਹ ਲੈਣ ਦੀ ਤਕਲੀਫ ਹੁੰਦੀ ਆ। ਉਹਦੇ ਵਿੱਚ ਫਿਰ ਆਪਾਂ ਉਹਨਾਂ ਨੂੰ ਹੋਰ ਹਾਇਰ ਐਂਟੀਬਾਇਓਟਿਕਸ ਦਿੰਦੇ ਆ, ਉਹਨਾਂ ਨੂੰ ਹਾਈ ਫਲੋ ਨੇਜ਼ਲ ਆਕਸੀਜਨ ਦਿੰਦੇ ਆ, ਜਿਹੜੀ ਕਿ ਆਪਣੇ ਕੋਲ ਮਸ਼ੀਨਾਂ ਬੜੀਆਂ ਮਹਿੰਗੀਆਂ ਸਰਕਾਰ ਨੇ ਮੁਹੱਈਆ ਕਰਾਈਆਂ ਆ। ਉਹਦੇ ਨਾਲ ਹੀ ਆਪਾਂ ਉਹਨੂੰ ਆਕਸੀਜਨ ਹਾਈ ਫਲੋ ਤੇ ਆਕਸੀਜਨ ਦਿੰਦੇ ਆ। ਫਿਰ ਜੇ ਕਈਆਂ ਨੂੰ ਲੋੜ ਪੈਂਦੀ ਆ ਤਾਂ ਉਹਨਾਂ ਨੂੰ ਨਾਨ ਇਨਵੇਸਿਵ ਵੈਂਟੀਲੇਸ਼ਨ ਤੇ ਵੀ ਪਾ ਦਿੰਦੇ ਆ, ਜਾਂ ਇਨਵੇਸਿਵ ਵੈਂਟੀਲੇਟਰਸ ਹੁੰਦੇ ਆ ਸਾਡੇ ਕੋਲ, ਉਹ ਅਸੀਂ ਉਹਨਾਂ ਮਰੀਜ਼ਾਂ ਵਾਸਤੇ ਰੱਖੇ ਹੋਏ ਆ। ਇਹ ਮਰੀਜ਼ ਤਕਰੀਬਨ ਸਾਰੇ 100% ਤਕਰੀਬਨ 5% ਹੀ ਹੁੰਦੇ ਆ।
ਤਾਂ ਇਹ 5% ਬਹੁਤ ਸੀਰੀਅਸ ਮਰੀਜ਼ ਹੁੰਦੇ ਆ ਜਿਹੜੇ ਕਿ ਜਦੋਂ ਸਾਡੇ ਕੋਲ ਆਉਂਦੇ ਆ, ਇਹਨਾਂ ਨੂੰ ਅਸੀਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ। ਬਾਕੀ ਰਹੀ ਗੱਲ ਕਰੋਨਾ ਦੀ, ਇਹ ਤੋਂ ਤਾਂ ਆਪਾਂ ਬਚਣਾ ਕਿਸ ਤਰ੍ਹਾਂ ਆ? ਸੋਸ਼ਲ ਗੈਦਰਿੰਗ ਤਾਂ ਬਿਲਕੁਲ ਨਹੀਂ ਜਾਣਾ, ਇਕੱਠ 'ਚ ਬਿਲਕੁਲ ਨਹੀਂ ਸ਼ਾਮਲ ਹੋਣਾ, ਦੂਰੀ ਬਣਾ ਕੇ ਰੱਖਣੀ ਆ, ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੈਗਾ ਤਾਂ ਕਿ ਆਪਾਂ ਇੱਕ ਦੂਸਰੇ ਤੋਂ ਇਸ ਬਿਮਾਰੀ ਨੂੰ ਬਚਾ ਸਕੀਏ। ਬਾਕੀ ਜਿਹੜੀ ਇਹ ਬਿਮਾਰੀ ਹੈਗੀ ਆ, ਨੋਰਮਲ ਹੈਲਦੀ ਬੰਦਾ ਜਿਹੜਾ ਹੈਗਾ, ਤੰਦਰੁਸਤ ਬੰਦਾ ਜਿਹਦੀ ਇਮਿਊਨਿਟੀ ਠੀਕ ਆ, ਉਹਨੂੰ ਇੰਨਾ ਤੰਗ ਨਹੀਂ ਕਰਦੀ। ਜਿਹੜੀ ਬਿਮਾਰੀ ਇਹ ਕੋਮੋਰਬਿਡ ਕੰਡੀਸ਼ਨਸ ਜਿੱਦਾਂ ਆਪਾਂ ਕਹਿੰਦੇ, ਜੇ ਕਿਸੇ ਬੰਦੇ ਨੂੰ ਸ਼ੂਗਰ ਦੀ ਬਿਮਾਰੀ ਆ, ਜਾਂ ਉਹਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ, ਜਾਂ ਉਹਦੇ ਫੇਫੜਿਆਂ ਦੀ ਬਿਮਾਰੀ ਆ, ਉਹਨੂੰ ਸਾਹ ਦੀ ਬਿਮਾਰੀ ਆ, ਜਾਂ ਉਹਨੂੰ ਗੁਰਦਿਆਂ ਦੀ ਬਿਮਾਰੀ ਆ, ਉਹਦਾ ਡਾਇਲਸਿਸ ਹੁੰਦਾ ਆ, ਜਾਂ ਉਹਨੂੰ ਕੋਈ ਕੈਂਸਰ ਦੀ ਬਿਮਾਰੀ ਆ, ਜਾਂ ਕਿਸੇ ਨੂੰ HIV ਦੀ ਬਿਮਾਰੀ ਆ, ਜਿਹਦਾ ਕਿ ਇਮਿਊਨਿਟੀ ਸਟੇਟਸ ਪਹਿਲਾਂ ਹੀ ਡਾਊਨ ਹੋ ਚੁੱਕਾ ਹੈਗਾ, ਉਹਨੂੰ ਇਹ ਬਿਮਾਰੀ ਜ਼ਿਆਦਾ ਤੰਗ ਕਰਦੀ ਆ। ਉਹਦੇ ਵਿੱਚ ਹੀ ਇਹ ਜ਼ਿਆਦਾ ਮੋਰਟੈਲਿਟੀ ਦੇਖੀ ਗਈ ਆ, ਉਹਦੇ ਵਿੱਚ ਹੀ ਮ੍ਰਿਤੂ ਦਰ ਜ਼ਿਆਦਾ ਆ। ਸੋ ਆਪਾਂ ਉਸ ਨੂੰ ਘਟਾਉਣ ਵਾਸਤੇ ਕੀ ਕਰਨਾ ਆ? ਜਿਹੜਾ ਵੀ ਆਪਣਾ 60 ਸਾਲ ਤੋਂ ਉੱਪਰ ਦੇ ਬਜ਼ੁਰਗ ਹੈਗੇ ਆ, ਉਹਨਾਂ ਨੂੰ ਤਾਂ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ। ਉਹ ਤਾਂ ਬਿਲਕੁਲ ਹੀ ਨਾ ਘਰੋਂ ਬਾਹਰ ਨਿਕਲਣ, ਸੋਸ਼ਲ ਗੈਦਰਿੰਗ 'ਚ ਨਾ ਜਾਣ, ਆਪਣਾ ਮਾਸਕ ਪਾ ਕੇ ਰੱਖਣ, ਹਮੇਸ਼ਾ ਹੱਥ ਧੋਣ, ਥੋੜ੍ਹੀ ਦੇਰ ਬਾਅਦ ਸਾਬਣ ਪਾਣੀ ਨਾਲ ਹੱਥ ਧੋਣ, ਜਾਂ ਆਪਣੇ ਹੱਥ ਸੈਨੀਟਾਈਜ਼ ਕਰਨ, ਕਿਉਂਕਿ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਕਿ ਸਰਫਸਿਸ ਤੋਂ ਵੀ ਫੈਲ ਸਕਦੀ ਆ। ਮੋਬਾਈਲ 'ਤੇ ਆਪਾਂ ਮੋਬਾਈਲ ਯੂਜ਼ ਕਰਦੇ ਹਾਂ, ਉਹ ਤੋਂ ਫੈਲ ਸਕਦੀ ਆ, ਜਾਂ ਆਪਾਂ ਪੈਨ ਪੈਨਸਲ ਟੇਬਲ ਚੇਅਰ ਤੋਂ ਜਦੋਂ ਹੱਥ ਲਾਉਂਦੇ ਆ, ਜਾਂ ਲਿਫਟ ਦੇ ਵਿੱਚ ਜਾਂਦੇ ਆ, ਦਰਵਾਜ਼ਿਆਂ ਦੇ ਹੈਂਡਲਸ ਤੋਂ ਵੀ ਇਹ ਫੈਲ ਸਕਦੀ। ਇਸ ਲਈ ਆਪਣੇ ਹੱਥ ਧੋਣੇ ਆ ਆਪਾਂ। ਦੂਸਰੀ ਗੱਲ, ਇਹ ਤਾਂ ਜਨਰਲ ਮੇਜਰਸ ਹੋ ਗਏ ਜਿਹੜੇ ਮੈਂ ਪਹਿਲਾਂ ਦੱਸਿਆ, ਜਿੱਦਾਂ ਕੋਮੋਰਬਿਡ ਕੰਡੀਸ਼ਨਸ ਹੈਗੀਆਂ, ਜਿੱਦਾਂ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਆ, ਉਹਨੂੰ ਬਹੁਤ ਖਿਆਲ ਰੱਖਣਾ ਪੈਣਾ। ਉਹਨੂੰ ਆਪਣੀ ਸ਼ੂਗਰ ਕੰਟਰੋਲ ਕਰਨ ਲਈ ਦਵਾਈਆਂ ਲੈਣੀਆਂ ਚਾਹੀਦੀਆਂ। ਉਹ ਆਪਣੀ ਰੈਗੂਲਰਲੀ ਆਪਣਾ ਡਾਕਟਰਸ ਤੋਂ ਜਾ ਕੇ ਆਪਣਾ ਰੈਗੂਲਰ ਚੈੱਕਅਪ ਕਰਾਉਣ, ਦਵਾਈ ਖਾਣ, ਆਪਣੇ ਡਾਈਟ ਦਾ ਵੀ ਪਰਹੇਜ਼ ਕਰਨ। ਇੱਦਾਂ ਹੀ ਬਲੱਡ ਪ੍ਰੈਸ਼ਰ ਦੀ ਕਿਸੇ ਨੂੰ ਬਿਮਾਰੀ ਆ, ਉਹ ਵੀ ਆਪਣੀ ਰੈਗੂਲਰ ਦਵਾਈ ਖਾਵੇ, ਨਮਕ ਦਾ ਪਰਹੇਜ਼ ਕਰੇ, ਤਲੀਆਂ ਚੀਜ਼ਾਂ ਪਦਾਰਥ ਨਾ ਖਾਵੇ। ਇੱਦਾਂ ਹੀ ਕਿਸੇ ਨੂੰ ਜੇ ਸਾਹ ਦੀ ਬਿਮਾਰੀ ਆ, ਉਹ ਆਪਣੇ ਇਨਹੇਲਰਸ ਪਹਿਲਾਂ ਹੀ ਲਵੇ, ਦਵਾਈ ਲਗਾਤਾਰ ਖਾਵੇ। ਇਸ ਤਰ੍ਹਾਂ ਜੇ ਕਿਸੇ ਨੂੰ ਹੋਰ ਕੈਂਸਰ ਦੀ ਬਿਮਾਰੀ ਆ, ਉਹ ਆਪਣਾ ਇਲਾਜ ਰੈਗੂਲਰਲੀ ਕਰਾਵੇ। ਜੇ ਕਿਸੇ ਨੂੰ ਗੁਰਦਿਆਂ ਦੀ ਬਿਮਾਰੀ ਆ, ਉਹ ਵੀ ਆਪਣਾ ਇਲਾਜ ਡਾਇਲਸਿਸ ਵਗੈਰਾ ਰੈਗੂਲਰ ਨਿਤਨੇਮ ਨਾਲ ਕਰਾਵੇ। ਸੋ ਇਹ ਮੈਂ ਜਿੱਦਾਂ ਦੱਸਿਆ, ਸਾਡੇ ਕੋਲ ਸਾਰੇ ਕਾਰਨ ਹੈਗੇ ਆ। ਜਦੋਂ ਇਹ ਬਿਮਾਰੀ ਫੈਲ ਜ਼ਿਆਦਾ ਹੁੰਦੀ ਆ, ਯੂਜੂਅਲੀ ਦੇਖਿਆ ਗਿਆ, ਜਦੋਂ ਇਹ ਬੰਦੇ ਸਾਡੇ ਕੋਲ ਆਉਂਦੇ ਕੋਮੋਰਬਿਡ ਕੰਡੀਸ਼ਨਸ ਵਾਲੇ, ਇਹਨਾਂ ਨੂੰ ਯੂਜੂਅਲੀ ਨਮੂਨੀਆ ਹੋ ਜਾਂਦਾ, ਬਾਈਲੇਟਰਲ ਨਮੂਨੀਆ ਹੋ ਜਾਂਦਾ ਆ, ਜਿਹਦੇ ਵਿੱਚ ਫੇਫੜਿਆਂ ਦੇ ਵਿੱਚ ਇਨਫੈਕਸ਼ਨਸ ਹੋ ਜਾਂਦੀਆਂ, ਤਾਂ ਉਹਦੇ ਨੂੰ ਸਾਹ ਲੈਣ ਦੀ ਤਕਲੀਫ ਹੁੰਦੀ ਆ, ਜਿਹਦੇ ਕਰਕੇ ਸਾਡੇ ਕੋਲ ਲੈਵਲ 3 'ਤੇ ਅਸੀਂ ਉਹਨੂੰ ਆਕਸੀਜਨ ਦੀ ਸਪਲਾਈ ਦਿੰਦੇ ਆ, ਹੋਰ ਐਂਟੀਬਾਇਓਟਿਕਸ ਵਗੈਰਾ ਦਿੰਦੇ ਆ ਮਾਹਿਰਾਂ ਦੀ ਸਲਾਹ ਦੇ ਨਾਲ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਇਹ ਆਪਾਂ ਵੈਬਿਨਾਰਸ ਵਗੈਰਾ ਕਰਕੇ ਸਾਰੇ ਮਰੀਜ਼ਾਂ ਦਾ ਇੱਕ ਦੂਸਰੇ ਦਾ ਮਰੀਜ਼ ਦਾ ਡਿਸਕਸ ਕਰਕੇ, ਆਪਣੀ ਟੀਮ ਦੇ ਨਾਲ, ਆਪਣੇ ਸੀਨੀਅਰਸ ਦੇ ਨਾਲ ਡਿਸਕਸ ਕਰਕੇ ਇਸ ਬਿਮਾਰੀ ਦਾ ਇਲਾਜ ਮਰੀਜ਼ਾਂ ਦਾ ਕਰਦੇ ਹਾਂ। ਸੋ ਮੇਰੀ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਇਹੋ ਹੀ ਆ ਕਿ ਤੁਸੀਂ ਵੀ ਆਪਣਾ ਖਿਆਲ ਰੱਖੋ, ਤਾਂ ਕਿ ਆਪਾਂ ਇਸ ਬਿਮਾਰੀ ਤੋਂ ਬਚ ਸਕੀਏ, ਆਪਣੇ ਆਪ ਨੂੰ ਬਚਾਈਏ, ਆਪਣੇ ਪਰਿਵਾਰ ਨੂੰ ਬਚਾਈਏ, ਅਤੇ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਦਾ ਮਿਸ਼ਨ ਫਤਿਹ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤਾ ਆ, ਉਹਨੂੰ ਆਪਾਂ ਕਾਮਯਾਬ ਬਣਾਈਏ। ਇਹਨਾਂ ਸਾਰਿਆਂ ਸ਼ਬਦਾਂ ਦੇ ਨਾਲ ਮੈਂ ਹੁਣ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਅਤੇ ਅੰਤ ਵਿੱਚ ਸ਼੍ਰੀ ਘਨਸ਼ਾਮ ਸ਼ੌਰੀ ਜੀ ਜਿਹੜੇ ਕਿ ਸਾਡੇ ਡਿਪਟੀ ਕਮਿਸ਼ਨਰ, ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਬਦੌਲਤ ਸਾਨੂੰ ਅੱਜ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਇੱਕ ਵਾਰ ਫਿਰ ਅੰਤ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਾਰੇ ਪਾਸੇ ਇਹ ਗੱਲਾਂ ਚੱਲੀ ਜਾਂਦੀਆਂ, ਰੇਡੀਓ ਤੇ, ਟੀਵੀ ਤੇ, ਕੋਵਿਡ ਤੁਸੀਂ ਸਵੇਰੇ ਸ਼ਾਮ ਸੁਣ ਰਹੇ ਹੋ, ਕਿਹੋ ਜਿਹੀਆਂ ਗੱਲਾਂ ਹੋ ਰਹੀਆਂ, ਕਿਹੋ ਜਿਹੇ ਸਿੰਪਟਮ ਆ ਰਹੇ, ਤੁਸੀਂ ਵੈਲ ਵਰਸਡ ਹੋ, ਬੜੀ ਚੰਗੀ ਤਰ੍ਹਾਂ ਜਾਣਦੇ ਹੋ। ਕਈ ਤਰ੍ਹਾਂ ਦੇ ਮੁੱਦੇ ਰਾਈਜ਼ ਹੋ ਰਹੇ ਹੈ, ਡੈਥਸ ਹੋ ਰਹੀਆਂ। ਅਸੀਂ ਇਹਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਸੀ, ਇਹ ਪਤਾ ਕਰਨਾ ਚਾਹੁੰਦੇ ਸੀ ਕਿ ਇੰਨੀਆਂ ਡੈਥਸ ਕਿਉਂ ਹੋ ਰਹੀਆਂ। ਇਹ ਡੈਥਸ ਇਸ ਲਈ ਹੋ ਰਹੀਆਂ, ਜਿਹੜਾ ਸਾਡੀ ਸਮਝ ਦੇ ਵਿੱਚ ਆਉਂਦਾ ਹੈ, ਇਹ ਦੋ ਚੀਜ਼ਾਂ ਤੇ ਡਿਪੈਂਡ ਕਰਦਾ ਹੈ। ਕੁਝ ਚੀਜ਼ਾਂ ਤੁਹਾਡੇ ਵੱਲ ਨੇ, ਕੁਝ ਚੀਜ਼ਾਂ ਸਾਡੇ ਵੱਲ ਨੇ। ਤੁਹਾਡੇ ਵੱਲ ਉਹ ਚੀਜ਼ਾਂ ਨੇ ਜਿਨ੍ਹਾਂ ਤੋਂ ਤੁਸੀਂ ਪ੍ਰੀਵੈਂਸ਼ਨ ਕਰ ਸਕਦੇ, ਜਿਸ ਤੋਂ ਤੁਸੀਂ ਬਿਮਾਰੀ ਤੋਂ ਬਚ ਸਕਦੇ ਹੋ। ਬਿਮਾਰੀ ਤੋਂ ਬਚਣ ਦੀਆਂ ਉਹੀ 4-5 ਗੱਲਾਂ ਸਾਡੇ ਸਾਥੀ ਸਹਿਬਾਨ ਤੁਹਾਨੂੰ ਬਾਰ-ਬਾਰ ਦੱਸੀ ਜਾ ਰਹੇ, FM ਵਾਲੇ ਦੱਸੀ ਜਾ ਰਹੇ, TV ਵਾਲੇ ਦੱਸੀ ਜਾ ਰਹੇ ਹੈ। ਨੱਕ ਢੱਕ ਕੇ ਰੱਖੋ ਜੀ, ਮੂੰਹ ਢੱਕ ਕੇ ਰੱਖੋ ਜੀ, ਹੱਥ ਪੈਰ ਦੂਸਰਿਆਂ ਨੂੰ ਨਾ ਲਾਓ ਜੀ, 6 ਫੀਟ ਦੀ ਦੂਰੀ ਬਣਾ ਕੇ ਰੱਖੋ ਜੀ। ਇਨਫੈਕਸ਼ਨ ਹੋਣ ਦੇ ਸੂਰਤ ਦੇ ਵਿੱਚ ਹਸਪੀਟਲ ਜਾਓ ਜੀ, ਟੈਸਟ ਕਰਾਓ ਜੀ, ਇਹਨੂੰ ਲਾਈਟਲੀ ਨਾ ਲਓ। ਇੱਕ ਗੱਲ ਜੋ ਮੈਂ ਬੜੀ ਹੀ ਜ਼ਰੂਰੀ ਤੁਹਾਨੂੰ ਦੱਸਣੀ ਸਮਝਦੀ ਹਾਂ, ਜਦੋਂ ਯੰਗ ਲੋਕ ਹੁੰਦੇ ਨੇ, ਯੰਗ ਬੱਚੇ ਨੇ, ਆਮ ਤੌਰ 'ਤੇ ਇਹ ਸੋਚਦੇ ਨੇ, ਆਮ ਤੌਰ 'ਤੇ ਸਾਡੇ ਸਾਹਮਣੇ ਇਹ ਗੱਲ ਆਉਂਦੀ ਹੈ
ਕਿ ਉਹ ਲੋਕ ਕਹਿੰਦੇ ਨੇ ਕਿ ਸਾਨੂੰ ਕੁਝ ਨਹੀਂ ਹੁੰਦਾ, ਸਾਡੀ ਇਮਿਊਨਿਟੀ ਬੜੀ ਹੈ। ਔਰ ਇਹ ਗੱਲ ਸਹੀ ਵੀ ਹੈ। ਯੰਗ ਬੱਚਿਆਂ ਨੂੰ ਆਮ ਤੌਰ ਤੇ ਜਿਹੜੀ ਮੋਰਟੈਲਿਟੀ ਰੇਟ ਜਿਹਨੂੰ ਅਸੀਂ ਕਹਿੰਦੇ ਆ, ਜਿਤਨਾ ਨਾ ਡੈਥ ਹੋਣ ਦਾ ਰੇਟ ਹੈ ਯੰਗ ਬੱਚਿਆਂ 'ਚ ਬਹੁਤ ਘੱਟ ਹੈ, ਕਿਉਂਕਿ ਉਹਨਾਂ ਬੱਚਿਆਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਹੁੰਦੀ ਹੈ। ਲੇਕਿਨ ਕਦੋਂ ਪ੍ਰੋਬਲਮ ਆਉਂਦੀ ਹੈ, ਉਹੀ ਬੱਚੇ ਜਦੋਂ ਆਪਣੀ ਇਨਫੈਕਸ਼ਨ ਆਪਣੇ ਘਰ ਦੇ ਵਿੱਚ ਵੱਡੇ ਬਜ਼ੁਰਗਾਂ ਨੂੰ ਜਾਂ ਛੋਟੇ ਬੱਚਿਆਂ ਨੂੰ, ਬਿਲਕੁਲ ਛੋਟੇ ਬੱਚਿਆਂ ਨੂੰ, ਜਾਂ ਉਹ ਲੋਕ ਜਿਹੜੇ ਬਿਮਾਰੀਆਂ ਨਾਲ ਕਈ ਤਰ੍ਹਾਂ ਦੀਆਂ ਨੇ ਗ੍ਰਸਤ ਨੇ, ਉਹ ਇਨਫੈਕਸ਼ਨ ਜਦੋਂ ਉਹਨਾਂ ਨੂੰ ਜਾਂਦੀ ਹੈ ਤਾਂ ਉਹ ਇਨਫੈਕਸ਼ਨ ਜਿਹੜਾ ਵਿਕਰਾਲ ਰੂਪ ਧਾਰਨ ਕਰ ਜਾਂਦੀ ਹੈ। ਦੂਸਰੀ ਗੱਲ ਇਹ ਸੀ ਆਮ ਵੀ ਨੋਟ ਕੀਤੀ ਹੈ ਕਿ ਜਿਹੜੇ ਪੰਜਾਬੀ ਨੇ ਖਾਸ ਤੌਰ ਤੇ ਖਾਣ ਪੀਣ ਦੇ ਬਹੁਤੇ ਸ਼ੌਕੀਨ ਨੇ, ਬਹੁਤੇ ਸ਼ੌਕੀਨ ਹੋਣ ਕਰਕੇ ਬਹੁਤੀਆਂ ਬਿਮਾਰੀਆਂ ਨੇ। ਸਭ ਨੂੰ ਸ਼ੂਗਰ ਹੈ, ਸਭ ਨੂੰ ਬਲੱਡ ਪ੍ਰੈਸ਼ਰ ਹੈ। ਇਹ ਜਿਹੜੀਆਂ ਬਿਮਾਰੀਆਂ ਨੇ, ਇਹ ਜੋ ਆਮ ਤੌਰ ਤੇ ਅਸੀਂ ਲੋਕ ਬੜੇ ਆਰਾਮ ਨਾਲ ਇਹਨੂੰ ਟ੍ਰੀਟਮੈਂਟ ਹੋ ਜਾਂਦੀ ਹੈ, ਆਪਣੇ ਕੰਟਰੋਲ 'ਚ ਰਹਿੰਦੀ ਹੈ, ਜਦੋਂ ਇਹੀ ਬਿਮਾਰੀਆਂ ਕੋਵਿਡ ਦੇ ਨਾਲ ਰਲਦੀਆਂ ਨੇ ਤਾਂ ਇਹ ਜਿਹੜੀਆਂ ਬਿਮਾਰੀਆਂ ਵਿਕਰਾਲ ਰੂਪ ਧਾਰਨ ਕਰ ਲੈਂਦੀਆਂ, ਇਹੀ ਮੌਤ ਦਾ ਕਾਰਨ ਬਣਦੀਆਂ। ਤੁਹਾਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਹੈ, ਤੁਹਾਨੂੰ ਬਾਰ-ਬਾਰ ਕਹਿਣਾ ਚਾਹੁੰਦੇ ਹਾਂ, ਬਿਮਾਰ ਘਰ ਵਿੱਚ ਵੱਡੇ ਬਜ਼ੁਰਗ, ਛੋਟੇ ਬੱਚੇ ਔਰ ਜਿਹੜੇ ਬਿਮਾਰ ਲੋਕ ਨੇ ਉਹ ਖਾਸ ਤੌਰ ਤੇ ਇhtiyat ਵਰਤਣ, ਮਾਸਕ ਲਾ ਕੇ ਰੱਖਣ, ਲੋਕਾਂ ਤੋਂ ਦੂਰੀ ਬਣਾਈ ਰੱਖਣ, ਦੂਸਰਿਆਂ ਤੋਂ ਥੋੜੇ ਟੱਚ ਨੂੰ ਅਵੋਇਡ ਕਰਨ, ਬਾਹਰ ਦੇ ਲੋਕਾਂ ਨੂੰ ਮਿਲਣਾ ਜੁਲਣਾ ਅਵੋਇਡ ਕਰਨ। ਪ੍ਰੀਵੈਂਸ਼ਨ ਹੀ ਇਸ ਵੇਲੇ ਸਭ ਤੋਂ ਵੱਡਾ ਕਿਉਰ ਹੈ। ਹੁਣ ਤੁਸੀਂ ਇਹ ਵੀ ਜ਼ਰੂਰ ਪੁੱਛੋਗੇ ਦੂਸਰਾ ਪਾਸਾ ਕਿਹੜਾ ਹੈ? ਦੂਸਰਾ ਪਾਸਾ ਸਾਡਾ ਹੈ, ਉਹ ਪਾਸਾ ਜਿੱਥੇ ਅਸੀਂ ਬਹੁਤ ਸਿੱਖ ਮਰੀਜ਼ਾਂ ਨੂੰ ਦੇਖਦੇ ਹਾਂ। ਦੇਖੋ, ਜੋ ਦਵਾਈਆਂ, ਜੋ ਇਲਾਜ ਅਸੀਂ ਯੂਜ਼ ਕਰ ਰਹੇ ਹਾਂ, ਸਾਰੀ ਦੁਨੀਆ ਦੇ ਵਿੱਚ ਉਹੀ ਇਲਾਜ ਯੂਜ਼ ਹੋ ਰਿਹਾ ਹੈ। ਸਾਰੀ ਦੁਨੀਆ ਦੇ ਵਿੱਚ ਸੇਮ ਗਾਈਡਲਾਈਨਸ ਹੈ। ਸਾਰੀ ਦੁਨੀਆ 'ਚ ਇੱਕੋ ਤਰ੍ਹਾਂ ਦੀਆਂ ਦਵਾਈਆਂ ਚੱਲ ਰਹੀਆਂ ਨੇ, ਚਾਹੇ ਉਹ ਸਿਵਲ ਹਸਪੀਟਲ ਜਲੰਧਰ ਹੈ, ਚਾਹੇ ਪ੍ਰਾਈਵੇਟ ਸੈਟਅਪ ਹੈ, ਚਾਹੇ PGI ਹੈ, ਚਾਹੇ ਨਿਊਯਾਰਕ ਹੈ। ਸਾਰੇ ਇੱਕੋ ਤਰ੍ਹਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ, ਇੱਕੋ ਤਰ੍ਹਾਂ ਦੀ ਨਾਲ ਚੱਲਦੀ। ਹੁਣ ਜਦੋਂ ਵੀ ਅਸੀਂ ਇਸ ਬਿਮਾਰੀ ਨੂੰ ਫਤਿਹ ਕਰਨਾ ਚਾਹੁੰਦੇ ਹਾਂ, ਜੋ ਸਾਡੇ CM ਸਾਹਿਬ ਨੇ ਮਿਸ਼ਨ ਵੀ ਚਲਾਇਆ ਹੋਇਆ ਹੈ, ਮਿਸ਼ਨ ਫਤਿਹ, ਉਹ ਤਾਂ ਹੀ ਫਤਿਹ ਹੋ ਸਕਦਾ ਹੈ ਜੇਕਰ ਤੁਹਾਡਾ ਯੋਗਦਾਨ 100% ਹੋਏਗਾ। ਤੁਸੀਂ ਬਚਾਅ ਰੱਖੋ, ਤੁਹਾਨੂੰ ਬਚਾਉਣ ਲਈ ਅਸੀਂ ਇੱਥੇ ਬੈਠੇ ਹੈਗੇ ਹਾਂ, ਆਪਣਾ ਯੋਗਦਾਨ ਦੇਵਾਂਗੇ। ਤੁਸੀਂ ਆਪਣਾ ਯੋਗਦਾਨ ਦਿਓ, ਅਸੀਂ ਆਪਣਾ ਯੋਗਦਾਨ ਦੇਵਾਂਗੇ। ਬਚਾਅ 'ਚ ਹੀ ਬਚਾਅ ਹੈ। ਬਾਰ-ਬਾਰ ਤੁਹਾਨੂੰ ਇਹੀ ਬੇਨਤੀ ਹੈ, ਦੂਰੀ ਬਣਾ ਕੇ ਰੱਖੋ, ਮਾਸਕ ਲਾ ਕੇ ਰੱਖੋ। ਜੇ ਕੋਈ ਬਿਮਾਰੀ ਆਉਂਦੀ ਹੈ, ਜੇ ਕੋਈ ਪਰੇਸ਼ਾਨੀ ਹੁੰਦੀ ਹੈ, ਕੋਈ ਫੀਵਰ ਆਉਂਦਾ ਹੈ, ਕੋਈ ਜ਼ੁਕਾਮ ਹੈ, ਗਲਾ ਖਰਾਬ ਹੈ, ਇਮੀਡੀਏਟਲੀ ਜਾ ਕੇ ਹਸਪਤਾਲਾਂ ਵਿੱਚ ਟੈਸਟ ਕਰਾਓ। ਇਹਨਾਂ ਟੈਸਟਾਂ ਦੇ ਕੋਈ ਪੈਸੇ ਨਹੀਂ ਲੱਗਦੇ। ਸਮੇਂ ਤੇ ਆਪਣਾ ਇਲਾਜ ਕਰਾਓ ਅਤੇ ਤੰਦਰੁਸਤ ਰਹੋ। ਜੈ ਹਿੰਦ।